तो पिछले साल भी यही रखा सी। तो इस वास्ते श्री गुरु रविदास जी महाराज के इतिहास बारे कुछ जानो। चुपचाप बैठ जाओ। हमेशा बोलण वाले नालों ਸਰੋਤਾ ਜਨ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਚੰਗਾ ਹੁੰਦਾ ਹੈ। ਬੋਲਣ ਵਾਲਾ ਇੱਕ ਕਿਸਮ ਦਾ ਸ਼ਦਾਈ ਹੁੰਦਾ ਹੈ। ਜਿਸ ਤਰ੍ਹਾਂ ਕੋਈ ਸ਼ਦਾਈ ਆਪਣੇ ਘਰੋਂ ਭਾਂਡੇ ਟੀਂਡੇ ਕੱਢ ਕੇ ਬਾਹਰ ਸੁੱਟੀ ਜਾਏ ਉਹਨੂੰ ਲੋਕ ਸ਼ਦਾਈ ਕਹਿੰਦੇ ਨੇ। ਪਰ ਜਿਹੜਾ ਉਹਨਾਂ ਭਾਂਡਿਆਂ ਨੂੰ ਚੁੱਕ ਕੇ ਸਾਫ਼ ਕਰਕੇ ਆਪਣੇ ਘਰ ਆਪਣੇ ਅੰਦਰ ਲਮਾਰੀਆਂ 'ਚ ਸਜਾ ਲੈਂਦਾ ਉਹਨੂੰ ਲੋਕ ਅਕਲਮੰਦ ਗਿਣਦੇ। ਇਸੇ ਤਰ੍ਹਾਂ ਹੀ ਬੋਲਣ ਵਾਲਾ ਜਿਹੜਾ ਹੁੰਦਾ ਉਹ ਅਨਮੋਲ ਬਚਨ ਕੱਢ ਕੱਢ ਕੇ ਅੰਦਰੋਂ ਬਾਹਰ ਸੁੱਟਦਾ ਹੈ। ਸਰੋਤੇ ਜਨ ਜਿਹੜੇ ਹੁੰਦੇ ਨੇ ਉਹ ਸੁਣ ਕੇ ਉਹਨਾਂ ਬਚਨਾਂ ਨੂੰ ਆਪਣੇ ਦਿਲ ਦੀਆਂ ਲਮਾਰੀਆਂ ਵਿੱਚ ਸੰਭਾਲ ਕੇ ਸਜਾ ਲੈਂਦੇ ਨੇ, ਟੁਕਾ ਲੈਂਦੇ ਨੇ। ਫਿਰ ਉਹਨਾਂ ਤੋਂ ਫਾਇਦਾ ਵੀ ਉਠਾਉਂਦੇ। ਸਰੋਤੇ ਜਨ ਹਮੇਸ਼ਾ ਚੰਗੇ ਹੁੰਦੇ ਨੇ। ਸੁਣਨ ਵਾਲੇ ਜੋ ਫਾਇਦਾ ਉਠਾਉਂਦੇ ਨੇ ਉਹ ਬੋਲਣ ਵਾਲਾ ਨਹੀਂ ਉਠਾਉਂਦਾ। ਇਸ ਵਾਸਤੇ ਟਾਈਮ ਦੇਖੋ 1 ਸਾਲ ਦੇ ਬਾਅਦ ਫਿਰ ਸਾਨੂੰ ਆਪਦੇ ਨਗਰ ਦੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਚਰਨ ਪਰਸਨ ਦਾ ਮੌਕਾ ਮਿਲਿਆ। ਇਹ ਸਮਾਂ ਇਹੋ ਜਿਹਾ ਹੁੰਦਾ ਵੀ ਇਹ ਨਾ ਕੱਲ੍ਹ ਹੀ ਸੀ ਇੱਥੇ ਇਸ ਵੇਲੇ ਅਤੇ ਨਾ ਇਹ ਭਲਕੇ ਹੀ ਹੋਣਾ ਇਸ ਵੇਲੇ। ਇਹ ਸਮਾਂ ਹੁਣੇ ਹੀ ਹੈ। ਇਸ ਨੂੰ ਗਵਾਉਣਾ ਨਹੀਂ। ਬੈਠ ਕਰਕੇ ਆਪਣਾ ਆਨੰਦਪੂਰਵਕ ਜੋ ਵੀ ਮਾੜਾ ਚੰਗਾ ਕੋਈ ਬਚਨ ਆਉਂਦਾ ਹੈ ਉਸ ਨੂੰ ਸਰਵਣ ਕਰੋ। ਅਤੇ ਬਚਨ ਨਹੀਂ ਕਰਨੇ। ਸੰਗਤ ਵਿੱਚ ਬਚਨ ਕਰਨਾ ਠੀਕ ਨਹੀਂ। ਸੋ ਅੱਜ ਜੋ ਕੁਛ ਕਹਿਣਾ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਇਤਿਹਾਸ ਬਾਰੇ ਕੁਛ ਕਹਿਣਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਬਹੁਤ ਪ੍ਰਾਚੀਨ ਇਤਿਹਾਸ ਹੈ। ਛੋਟਾ ਜਿਹਾ ਇਤਿਹਾਸ ਨਹੀਂ ਜਿਹਦੇ ਬਾਰੇ ਕੁਛ ਕਿਹਾ ਜਾ ਸਕੇ, ਕਿਉਂਕਿ ਇਤਿਹਾਸ ਬਹੁਤ ਵੱਡਾ ਹੈ। ਇਹਨੂੰ ਕਈ ਚਿਰ ਵੀ ਅਗਰ ਕਿਹਾ ਜਾਏ ਤਾਂ ਮੁੱਕਦਾ ਨਹੀਂ। ਪਰ ਆਪਣੀ ਬੁੱਧੀ ਦੇ ਅਨੁਸਾਰ ਵਿਦਵਾਨਾਂ ਨੇ ਜੈਸੇ ਜੈਸੇ ਕੁਛ ਖੋਜ ਕੀਤੀ ਹੁੰਦੀ ਹੈ ਉਹਦੇ ਮੁਤਾਬਕ ਜਿੰਨੀ ਕੁ ਵਾਕਫੀਅਤ ਹੁੰਦੀ ਹੈ ਉਸ ਦੇ ਮੁਤਾਬਕ ਹੀ ਕਿਹਾ ਜਾ ਸਕਦਾ ਹੈ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ, ਇਹ ਸੰਸਾਰ ਜੋ ਅਸੀਂ ਦੇਖ ਰਹੇ ਹਾਂ, ਇਹ ਜੋ ਦੁਨੀਆ ਅਸੀਂ ਦੇਖ ਰਹੇ ਹਾਂ, ਇਹ ਦੁਨੀਆ ਬਹੁਤ ਵਾਰ ਇਤਿਹਾਸਾਂ 'ਚ ਪੜ੍ਹਿਆ ਪਤਾ ਲੱਗਦਾ ਹੈ। ਬਹੁਤ ਵਾਰ ਇਹ ਬਣੀ ਹੈ, ਬਹੁਤ ਵਾਰ ਇਹ ਖਤਮ ਹੋਈ ਹੈ, ਬਹੁਤ ਵਾਰ ਫਿਰ ਬਣੀ ਹੈ, ਫਿਰ ਖਤਮ ਹੋਈ ਹੈ। 1 ਵਾਰ 2 ਵਾਰ 4 ਵਾਰ ਨਹੀਂ, ਹਜ਼ਾਰਾਂ ਵਾਰ ਇਤਿਹਾਸਾਂ 'ਚੋਂ ਸ਼ਹਾਦਤ ਮਿਲਦੀ ਹੈ ਕਿ ਦੁਨੀਆ ਖਤਮ ਹੁੰਦੀ ਹੈ ਅਤੇ ਫਿਰ ਉਤਪੰਨ ਹੁੰਦੀ ਹੈ। ਹੁਣ ਦੀ ਦੁਨੀਆ ਦੇ ਮੁਤਲਕ ਸ਼ਾਸਤਰਕਾਰਾਂ ਲਿਖਿਆ ਇੱਕ ਪਦਮ 95 ਕਰੋੜ 98 ਲੱਖ 65 ਹਜ਼ਾਰ ਅਤੇ ਕੋਈ 84 85 ਸਾਲ ਹੋਏ ਨੇ ਜਿਹੜੀ ਹੁਣ ਦੀ ਦੁਨੀਆ ਬਣੀ ਹੈ। ਸੋ ਦੁਨੀਆ ਜਦੋਂ ਖਤਮ ਹੋਣੀ ਹੁੰਦੀ ਹੈ ਉਸ ਵਕਤ ਸਭ ਤੋਂ ਪਹਿਲਾਂ ਬਾਰਿਸ਼ ਘਟਣੀ ਸ਼ੁਰੂ ਹੋ ਜਾਂਦੀ ਹੈ। ਬਾਰਿਸ਼ ਘਟਦੀ ਬਾਰਿਸ਼ ਘਟ ਜਾਂਦੀ। 100 ਸਾਲ ਬਾਰਿਸ਼ ਸ਼ਾਸਤਰਾਂ 'ਚ ਲਿਖਿਆ ਕਿ ਨਹੀਂ ਹੁੰਦੀ। ਘਟਦੀ ਘਟ ਜਾਂਦੀ ਹੈ, ਫਿਰ 100 ਸਾਲ ਬਾਰਿਸ਼ ਖਤਮ ਹੋ ਜਾਂਦੀ ਹੈ। ਜਦੋਂ ਦੁਨੀਆ ਖਤਮ ਹੋਣੀ ਹੁੰਦੀ ਹੈ ਤਾਂ 100 ਸਾਲ ਬਾਰਿਸ਼ ਨਾ ਹੋਣ ਦੇ ਕਾਰਨ ਸੂਰਜ ਦੀ ਗਰਮੀ ਨਾਲ ਧਰਤੀ ਤਪ ਕੇ ਤਾਂਬੇ ਦੀ ਤਰ੍ਹਾਂ ਹੋ ਜਾਂਦੀ ਹੈ। ਘਾਹ ਬੂਟ ਰੁੱਖ ਦਰਖਤ ਪਸ਼ੂ ਪੰਛੀ ਜਲ ਕੇ ਖਤਮ ਹੋ ਜਾਂਦੇ ਨੇ। ਦੁਨੀਆ ਦੇ ਅੰਦਰ ਕੁਛ ਵੀ ਨਹੀਂ ਰਹਿ ਜਾਂਦਾ, ਬਿਲਕੁਲ ਖਤਮ ਹੋ ਜਾਂਦਾ ਸਭ ਕੁਛ। ਸਿਰਫ 100 ਸਾਲ ਦੇ ਬਾਅਦ ਫਿਰ ਸ਼ਾਸਤਰਾਂ 'ਚ ਲਿਖਿਆ ਇੱਕ ਘੋਰ ਵਰਖਾ ਹੁੰਦੀ ਹੈ, ਬਹੁਤ ਘੋਰ ਵਰਖਾ ਹੁੰਦੀ ਹੈ। ਉਸ ਵਕਤ ਇਹ ਧਰਤੀ ਵੀ ਡੁੱਬ ਜਾਂਦੀ ਹੈ। ਦੁਨੀਆ ਵਿੱਚ ਕੇਵਲ ਇੱਕ ਪਾਣੀ ਹੀ ਪਾਣੀ ਰਹਿ ਜਾਂਦਾ, ਹੋਰ ਕੁਛ ਨਹੀਂ ਰਹਿ।
कबीर साहब इस दी शहादत भरते ने। कबीर साहब कहते ने छुट्टे कुंडे भेज पुरियां जलाहो रसाई, भाव कि एक दूजे के संबंध जीवां दे खत्म हो जाते ने और जल ही जल हो जाता है, पृथ्वी भी डुब जाती। सो उस वक़्त परमात्मा जिसनों असी रब कहने आ, वो अपना घरबट बना करके पानी दे विच 1000 वर्ष तक अकला ही बह रही, कला बैठ रहिंदा है। 1000 वर्ष के बाद फिर मालक नूं ख्याल हुंदा है कि मैं दुनिया रचा, कलियां की बह रहना, चलो दुनिया रच लो। जिस तरह कोई आदमी कला बैठा होवे, वो सोचता है कि मैं अपना स्वरूप देखा, एक शीशा फड़ के सामने करदा, 2 रूप हो जाते हैं। एक शीशे विच लभण लग पैंदा और एक वेखण वाला बन जाता है। ਉਹੋ ही रूप शीशे विच हुंदा, ਉਹੋ ही वेखण वाला हुंदा, दोवें रूप ਉਹਦੇ अपने हुंदे ने। इसे तरह परमात्मा ने दुनिया रच के, माया रूप दुनिया रच करके माया रूप शीशे विच अपना सरगुण रूप देखना चाहया, सरगुण रूप देखना चाहया। मुसलमान लोग कहते ने कि खुदा ने कुन किया ते दुनिया बनी। महापुरुष कहते ने अहंग किया ते दुनिया बनी। गुरु नानक ने लिखिया एको खवाओ तिसते होए लख दरिया। और रविदास जी महाराज लिखते हैं सोहंग ओंकार निर्वकार अनाद अखंड ध्यान स्वरूप। गल असल विच इक्को ही। कोई कह दिंदा कि मालक नूं इच्छा हुई, कोई कह दिंदा मालक नूं ख्वाहिश हुई, कोई कह दिंदा है मुसलमान लोग कहंदे सी खुदा को इश्क हुआ। हकीकत असली इक्को ही है कि परमात्मा सोचिया कि कलियां की बह रहना, चलो दुनिया रची जावे। सो मालक दे ये ख्वाहिश पैदा करन दे नाल उन्हां दी नाभ चक्कर विचों धुन्नी विचों एक कौल दा फुੱਲ पानी दे उपर आया। उस कौल दे फुੱਲ दे विच ब्रह्मा जी नूं पैदा कीता। ब्रह्मा कौल दे फुੱਲ उत्ते देखदा है 4 चफेरे कि मैं तां कमल दे आसरे हाँ, कमल पता नहीं किस चीज़ दे आसरे है, ਇਹਦਾ ਭੇਤ करना चाहिए, पता करना चाहिए। क्योंकि ब्रह्मा खोजी सी। ये कमल की डंडी फड़ के इतिहास के मुताबिक 1000 वर्ष तक थले उतरदा गया। मैं देखा कित्थे तक डंडी, पर भेत ना मिले। थले पानी में जा करके इन्हां लिखिया है कि उत्थे डंडी नूं फड़ के निराश हो के बैठ गया कि मैनू थले दा हुण पता नहीं, उपर नूं जावांगा इन्ना टाइम होर लगे। ये सोच करके निराश हो गया। फिर इसनूं अलहाम होया, जिन्हें आवाज़ मिली कुदरती कि ब्रह्मा घबरा मत, अपने नेत्र बंद करके मुड़के खोल के देख। जब इसने आवाज़ सुनी, अपने नेत्र बंद किए, क्योंकि रस्ता अंदरों दी सी, ये बाहर खोज रहा सी। आवाज़ सुन के नेत्र बंद किए, जां इसने मुड़ के खोले, वेख्या तो उसे ही कमल आसन उत्ते आ गया हो गया। सोचदा कि मैं 1000 वर्ष थले जांदा रहा, पर मैं मिनटां विच उपर आ गया, मेरे मगर कोई ताकत है। 100 साल फिर इसने इतिहास के मुताबिक उस कमल फुੱਲ के उपर समाधि ला छड़ी। जो कुछ अंदर देखिया वही देखता रहे। 100 साल के बाद परमात्मा ने इस नूं खुद आन के दर्शन दिता, मिलिया। उन्होंने कहा जा तेनू इलम दिता, तेनू इलम दिता, इलम दिता और तू दुनिया रचेगा। इलम दिता, दुनिया रचेगा।
और 4 वेद रचेगा। दुनिया 3 प्रकार से पैदा होगी। एक नेत्र की दृष्टि नाल, एक मन के फुरने अंतशकरण तो, एक नारी मदीन के संयोग नाल। 3 प्रकार से दुनिया पैदा होएगी। इस वक्त वह अपने अंतशकरण तो दुनिया पैदा कर। ये गल कह के महाराज अलोप हो गए, अंतर ध्यान हो गए। उस वक्त ब्रह्मा के अंदर दुनिया रचन की ताकत आई। इतिहास के मुताबिक अपने अंगां विचों ब्रह्मा ने 4 पुत्र पैदा किए, सनक, सनंदन, सनातन ते संत कुमार। ये 4 पुत्र पैदा किए। उस तो बाद 10 प्रजापत, भृंगू जी, अगरा जी, वशिष्ठ, रेखब, सब कर्मा, नारद मुनि, गल की 16 पुत्र इसने पैदा किए। 16 पुत्र जवान हुए। कट्ठिया बिठा के ब्रह्मा ने कहा, आख्या दूसरे भाई हुण तुसी जवान हो, मेरे करता पुरख का हुक्म है कि दुनिया रची जाए, तुसी आपो अपनी संतान करो। उस वक्त ब्रह्मा के पुत्रा ने जो 4 पहले सन उन्होंने भी, तो 5वां नारद, इन्हां 5 ही जवाब देता अपने पिता नूं कि पिता जी असां तां गृहस्थ विच फसना ही नहीं, असीं तां बंदगी करनी है, बंदगी करनी है। और बाहरों कहो दूजे दरवाजे आउण, दरवाजे जाओ असां तां बंदगी करनी है। 5 ने जवाब दिता। बाकी जेड़े 11 रहे उन्हां दा नाम रखिया भाने। उन्हां अपने पिता की आग्या मन करके अपने अपने अंतशकरण तो इतिहास के मुताबिक 60 लड़कियां पैदा कीतियां। 60 लड़कियां जिहड़ियां पैदा कीतियां, वो जदों वर दे लायक होईयां, इन्हां लिखिया इतिहास विच कि 27 लड़कियां इन्हां ने चंद्रमा नूं विआह के दित्तियां, जिन्हां नूं पुख तो ला करके 27 नक्षत्र कहा जाता है। वो नक्षत्र ये लड़कियां हैं। वो 27 नक्षत्र जिन्हां नूं कहा जाता है, ये वो लड़कियां हैं। 27 चंद्रमा नूं विआह के दित्ते। 10 इन्हां ने धर्मराज नूं शादी करके विआह दित्ती, और एक दा नाम सती जोसन सी, वो इन्हां शिवजी नूं विआह के दे दित्ती। और एक 12 इन्हां एक कश्यप ऋषि होया, 12 उस कश्यप ऋषि नूं विआह के दे दित्तियां। गुरु प्यारी साध संगत, सारा इतिहास ये दुनिया का इतिहास है, पर सारे हर एक का खोज इन्नी करनी बहुत मुश्किल है। रविदास जी महाराज का मुढ़ का इतिहास खोजण वास्ते ये जिहड़ियां 12 इन्हां ने कश्यप ऋषि नूं विआह के दित्तियां, इन्हां विचों 4 दे मतलब खोज की गई। वो 4 जणियां किहड़ियां सन? एक दा नाम सी कदरू, दूजी का नाम सी बनता, तीजी का नाम सी दित्ती, चौथी का नाम सी अदिति। कदरू दे पुत्र शेष आदि काली नाग दुनिया विच सर्प कोल चली। बनता दे गरड़ हरण ते गरड़ 2 पुत्र होए ने, जिन्हां दी पैंछी कोल चली। दित्ती दे 2 पुत्र ते एक कन्या होई, जिसनूं असी होलका कहने। ਇਹਦੇ 2 ਭਰਾ ਸਨ, हरणकश्यप ते हरनाशक, जिन्हां दा पुत्र भगत प्रहलाद होया। प्रहलाद जी का पुत्र राजा बरोचन जी होए। बरोचन का पुत्र राजा बल होया महादानी, जिसकी वंश पताल विच राज कर रही। चौथी जिहड़ी अदिति सी, अदिति दे इंद्र ते लंकड़े 10 पुत्र होए ने। कुल देवते स्वर्ग च राज कर रहे हैं। उन्हां विचों एक का नाम सी सूरज, जिसकी वंश का नाम पै गया सूरजवंशी। सूरज का पुत्र होया मनु, मनु का पुत्र अखवाक, अखवाक का पुत्र उदानपाद, उदानपाद का पुत्र ध्रुम, ध्रुम का पिता और प्रिया बिरत आदि 10 पुत्र मनु दे होए। मनु का के पोतरा होया महामुन, महामुन का वेसवामुन, वेसवामुन का अखवावामुन, अखवावामुन का मानताता, मानताते का मचकंद, मचकंद का आवानंद, आवानंद का हरिचंद, हरिचंद का रोहिदास, रोहिदास का पोपतन, पोपतन का दलीप, दलीप का रग, रग का अज, अज का दशरथ, दशरथ का पुत्र रामचंद्र होया है। और रामचंद्र दे लहू ते कशु,
ਗੁਰੂ ਵਸ਼ਿਸ਼ਟ ਨੇ ਸੋਚਿਆ ਰਾਜ ਗੱਦੀ 'ਚ ਝਗੜਾ ਪੈ ਜਾਂਦਾ ਹੈ। ਲਹੂ ਨੂੰ ਲਾਹੌਰ ਦਾ ਤਖਤ ਦਿੱਤਾ, ਜਿਹਦੇ ਨਾਂ ਉੱਤੇ ਸ਼ਹਿਰ ਦਾ ਨਾਂ ਲਾਹੌਰ ਰੱਖਿਆ ਗਿਆ। ਲਹੂ ਦੇ ਨਾਂ ਉੱਤੇ ਸ਼ਹਿਰ ਦਾ ਨਾਂ ਲਾਹੌਰ ਰੱਖਿਆ ਗਿਆ। ਕਸ਼ੂ ਨੂੰ ਕਸੂਰ ਦਾ ਇਲਾਕਾ ਦਿੱਤਾ, ਜਿਹਦੇ ਨਾਂ ਉੱਤੇ ਸ਼ਹਿਰ ਦਾ ਨਾਂ ਕਸੂਰ ਰੱਖਿਆ ਗਿਆ। ਬਹੁਤ ਸਮਾਂ ਲੰਘ ਜਾਣ ਦੇ ਬਾਅਦ ਲਾਹੌਰ ਵਾਲਿਆਂ ਕਸੂਰ ਤੇ ਚੜ੍ਹਾਈ ਕਰ ਦਿੱਤੀ। ਚੜ੍ਹਾਈ ਕਰਨ ਦੇ ਬਾਅਦ ਕਸ਼ੂ ਬੰਸੀਆਂ ਨੂੰ ਰਾਜ ਛੱਡਣਾ ਪੈ ਗਿਆ। ਕੁਝ ਮਰ ਗਏ, ਕੁਝ ਭੱਜ ਗਏ, ਕੁਝ ਦੌੜ ਗਏ। ਇੱਥੋਂ ਦੋ ਭਰਾ ਸਕੇ ਸਨ, ਕਾਲ ਕੇਤ ਤੇ ਭੋਜ ਰਾਜ। ਇਹ ਜਿਉਂ ਦੌੜੇ, ਇਹਨਾਂ ਕਾਂਸ਼ੀ ਵਿੱਚ ਜਾ ਕੇ ਦੋਹਾਂ ਭਰਾਵਾਂ ਵੇਦ ਵਿਦਿਆ ਪੜ੍ਹ ਲਈ। ਇਹਨਾਂ ਦਾ ਨਾਮ ਪੈ ਗਿਆ ਵੇਦੀ। ਕਾਲ ਕੇਤ ਤੇ ਭੋਜ ਰਾਜ ਦਾ ਪੁੱਤਰ ਹੋਇਆ ਮੂਦਰਾਏ ਵੇਦੀ। ਮੂਦਰਾਏ ਵੇਦੀ ਦਾ ਨਿਰਾ ਵੇਦੀ, ਨਿਰੇ ਵੇਦੀ ਦਾ ਪੰਡੀ ਰੇਖ, ਪੰਡੀ ਰੇਖ का ईरख रेख, ईरख रेख का विष्ण बेदी, विष्ण बेदी का बावन सौली, बावन सौली का बुद्ध बेदी, बुद्ध बेदी का शंख बेदी, शंख बेदी का रामनारायण बेदी, रामनारायण बेदी का शिवदयाल बेदी, शिवदयाल बेदी का कालूराय बेदी, ते कालूराय का पुत्र बाबा नानक होया। ये सब लड़ियाँ इस पासे चले गई। आओ हुण असीं अपना इतिहास की है। एक करदमरीखी होया है। करदमरीखी दियां 9 लड़कियां सन। 9 लड़कियां सन। उन्हां लड़कियां विचों एक लड़की का नाम सी कला। उस कला की शादी ब्रह्मा के पुत्र मरीच मुन नाल कीती गई। मरीच मुन, मरीच मुन का पुत्र होया कि आदमन, आदमन का पुत्र जुगादमन, जुगादमन का पुत्र मैलमुन, मैलमुन का पुत्र कैलमन, कैलमुन का पुत्र मंडल रेख, मंडल रेख के पुत्र कैलाश जी होए। कैलाश जी की राणी का नाम सी चौगणी। इसके 4 पुत्र सन। चौगणे ये 4 पुत्र सन, बानो, भानो, सानो, सिद्ध चानो। बानो की औलाद ने बाणीए, भानो की औलाद ने भावड़े, सानो की औलाद ने सैनी, सिद्ध चानो की वंश चम्यार पई। सिद्ध चानो तो चम्यार लफज चलिया। सिद्ध चानो चमर वंश लिखिया होया शास्त्रां विच। चमर वंश इथों चली। सिद्ध चानो का पुत्र होया अगे कौल चानो, कौल चानो का पुत्र महादानो, महादानो का पुत्र बलीवीर, बलीवीर का पुत्र केलावीर, केलावीर का पुत्र देलावीर, देलावीर का पुत्र अवली खुराक, अवली खुराक का पुत्र चेताजी, चेताजी के पुत्र समेक रेख, समेक रेख का पुत्र समोख रेख, समोख रेख का पुत्र सवक रेख, सवक रेख का पुत्र पवी रेख, पवी रेख का पुत्र मचकांद रेख, मचकांद रेख के पुत्र पीपा जी, पीपा जी के पुत्र चमरे केत, चमरे केत के पुत्र चमर सैन, चमर सैन के पुत्र केचमंड राय, केचमंड राय के पुत्र राहुमल, राहुमल के पुत्र कालू राय, कालू राय का पुत्र संतोख दास होया। ते संतोख दास के घर श्री गुरु रविदास ने जन्म लिया सी भाई। यह है साडा मुढ़ला इतिहास भरा। संतोख जी के घर आ जो पिछली पूर्णमासी लंघ गई है, इस पूर्णमासी नूं श्री गुरु रविदास जी महाराज ने काशी के अंदर हिंदू यूनीवर्सिटी के लागे श्री गोवर्धनपुर जगह है, जिथे असी 2 बार जा चुके हाँ। उत्थे महाराज ने जन्म लिया। सो जिस वक्त महाराज ने जन्म लिया तो आउंदियां ही अपनी माता दे दुध का सत्याग्रह किया। इस वास्ते किया कि खुद परमात्मा आवेगा, मेरा नाम रखेगा, तो फिर मैं दुध पीना है। आउंदियां ही माता दे दुध का सत्याग्रह करके बहुत सारे कवियां ने लिखा कि 7 दिन नहीं दुध पीता, कुछ लिखा कईयां ने कि 3 दिन नहीं पीता। सो दुध ना पीने के कारण परमात्मा नूं अपना संघासन छड्डना पिया। छड्ड करके एक वैद का रूप धारण करके, साधु का रूप धारण करके, सन्यासी का रूप धारण करके उस महल्ले विच आकर के गली विच आवाज़ां मारनियां पईयां, भाई किसी नूं कोई दुख तकलीफ है तो दूर करा लो। आए सन सिर्फ रविदास जी महाराज के मिलने वास्ते। एक कवि ने लिखिया है कि वैद रूप धार फेरे आए परमात्मा जी, कोई दुख होवे फेरे होके आनू मारदा,
ਸੁਣ ਕੇ ਆਵਾਜ਼ ਸੰਤੋਖਾ ਆਇਆ ਵੈਦ ਕੋਲ, ਹੱਥ ਜੋੜ ਦੋਵੇ ਮੁਖੋਂ ਅਰਜਾਂ ਸੁਣਾਵਦਾ। ਬਾਲ ਇੱਕ ਜੰਮਿਆ ਦੁੱਧ ਪੀਵਦਾ, ਕਦਮਤ ਨਾਹੀਂ ਦੇਖ ਲਓ ਜੀ ਤੁਸੀਂ ਜੋ ਤੁਹਾਡੇ ਮਨ ਭਾਵਦਾ। ਸੁਣ ਕੇ ਅਰਜ ਵੈਦ ਚੱਲਿਆ ਘਰਾਂ ਦੇ ਵੱਲ, ਕਹੇ ਪੂਰਨਦਾਸ ਬੈਠ ਲੜਕਾ ਮੰਗਾਵਦਾ। ਜਿਸ ਵਕਤ ਸਾਧੂ ਦੇ ਭੇਸ ਵਿੱਚ ਮਾਲਕ ਦੀ ਆਵਾਜ਼ ਪਹੁੰਚੀ, ਉਸੇ ਵੇਲੇ ਪਿਤਾ ਸੰਤੋਖ ਜੀ ਭੱਜ ਕੇ ਗਲੀ ਵਿੱਚ ਆ ਗਏ, ਦਾਦਾ ਕਾਲੂ ਜੀ ਭੱਜ ਕੇ ਗਲੀ ਵਿੱਚ ਆ ਗਏ, ਦਾਦੀ ਸਭਰਾਈ ਜੀ ਭੱਜ ਕੇ ਗਲੀ ਵਿੱਚ ਆਏ। ਆਣ ਕੇ ਬੇਨਤੀ ਕੀਤੀ, ਨਾ ਘਬਰਾਉਂਦਾ ਹੈ ਪਰ ਦੁੱਧ ਨਹੀਂ ਸਰਵਣ ਕਰ ਰਿਹਾ, ਆਪ ਚੱਲ ਕੇ ਦੇਖੀਏ। ਮਹਾਰਾਜ ਜਿਸ ਵੇਲੇ ਆਏ ਆਖਿਆ ਤਾਂ ਠੀਕ ਜ਼ਰੂਰ ਹੋ ਜਾਏਗਾ, ਪਰ ਇਹਦੇ ਵਿੱਚ ਇੱਕ ਸ਼ਰਤ ਹੈ। ਸ਼ਰਤ ਇਹ ਹੈ, ਇੱਕ ਵੱਖਰਾ ਕਮਰਾ ਚਾਹੀਦਾ, ਉਹਦੇ ਵਿੱਚ ਇੱਕ ਅਸੀਂ ਹੋਵਾਂਗੇ, ਇੱਕ ਬਾਲਕ ਹੋਵੇਗਾ, ਤੀਸਰਾ ਕੋਈ ਆਦਮੀ ਨਹੀਂ ਚਾਹੀਦਾ। ਜਿਸ ਵੇਲੇ ਸਾਧੂ ਦੇ ਭੇਸ ਵਿੱਚ ਮਾਲਕ ਨੇ ਇਹ ਸ਼ਰਤ ਰੱਖੀ, ਉਹ ਮਾਤਾ ਕੰਸਾਂ ਜੀ ਉਸ ਵੇਲੇ ਕਹਿ ਰਹੇ ਨੇ ਕਿ ਇਹ ਸਾਧੂ ਰਾਵਲ ਜੋਗੀ ਪਤਾ ਨਹੀਂ ਮੇਰੇ ਬੱਚੇ ਨੂੰ ਕਿਆ ਕਰੇਗਾ, ਮੈਂ ਕੱਲਿਆ ਬੱਚਾ ਨਹੀਂ ਦੇਣਾ। ਬਹੁਤ ਝਗੜਾ ਹੋਣ ਦੇ ਬਾਅਦ ਆਖਰ ਸਾਰਿਆਂ ਕਿਹਾ ਵੀ ਦੁੱਧ ਨਹੀਂ ਪੀਂਦਾ ਤੇ ਠੀਕ ਹੋ ਜਾਏਗਾ, ਦੇ ਦਿਓ। ਖੈਰ ਦੇ ਦਿੱਤਾ। ਵੱਖਰੇ ਇੱਕ ਕਮਰੇ ਵਿੱਚ ਲੈ ਕਰਕੇ ਮਹਾਰਾਜ ਬੈਠ ਗਏ। ਇਤਿਹਾਸ ਦੇ ਮੁਤਾਬਕ ਉਸ ਵਕਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਆਪਣਾ ਪੂਰਾ ਸਰੀਰ ਲੈ ਕਰਕੇ ਮਹਾਰਾਜ ਦੇ ਨਾਲ ਬਚਨ ਵਿਲਾਸ ਕੀਤੇ, ਬਚਨ ਵਿਲਾਸ ਕੀਤੇ। ਔਰ ਮਹਾਰਾਜ ਨੇ ਖੁਦ ਉਸ ਦਿਨ ਤੋਂ ਰਵਿਦਾਸ ਦਾ ਨਾਮ ਖੁਦ ਆਪ ਰੱਖਿਆ। ਕਵੀ ਇੱਕ ਨੇ ਲਿਖਿਆ, ਆਪ ਮਹਾਰਾਜ ਨਾਮ ਰੱਖਿਆ ਰਵਿਦਾਸ ਆ ਕੇ, ਸੰਖ ਤੇ ਜਿੰਨ ਮੱਥੇ ਤਿਲਕ ਲਗਾਵਦਾ। ਜਿੱਥੇ ਕਰੇ ਯਾਦ ਚੱਲ ਆਵਾਂਗਾ ਤੁਰਤ ਭਾਈ, ਕਰੀ ਨਾ ਫਿਕਰ ਮੁਖੋਂ ਪ੍ਰਭੂ ਹੈ ਸੁਨਾਮ ਦਾ। ਦੁੱਧ ਚੁੰਗ ਮਾਤਾ ਜੀ ਦਾ, ਆਖਦੇ ਭਗਤ ਤਾਈ, ਖੋਲ ਦੇ ਤੂੰ ਹੱਟ ਸੱਚੇ ਨਾਮ ਦੇ ਵਪਾਰ ਦਾ। ਇਹ ਨਹੀਂ ਕਹਿ ਕੇ ਪ੍ਰਭੂ ਫਿਰ ਉੱਠਿਆ ਸੀ ਸਾਈਂ ਲੋਕੋ, ਹੱਥ ਜੋੜ ਭਗਤ ਸੀ ਚਰਨਾਂ ਤੇ ਨਿਵਾਨ। ਮਹਾਰਾਜ ਦੇ ਨਾਲ ਬਚਨ ਵਿਲਾਸ ਹੋਏ, ਪਰ ਮਹਾਰਾਜ ਨੇ ਖੁਦ ਰਵਿਦਾਸ ਨਾਮ ਰੱਖਿਆ। ਰਵੀ ਮੈਨਾ ਸੂਰਜ ਹੈ, ਪ੍ਰਕਾਸ਼ ਮੈਨਾ ਪ੍ਰਕਾਸ਼ ਹੈ। ਭਾਵ ਕਿ ਜਾ ਰਹਿੰਦੀ ਦੁਨੀਆ ਤੱਕ ਤੇਰਾ ਪ੍ਰਕਾਸ਼ ਦੁਨੀਆ ਵਿੱਚ ਖਿਲਰਦਾ ਹੈ। ਜੈਸੇ ਹਰ ਰੋਜ਼ ਸੂਰਜ ਚੜ੍ਹ ਕੇ ਪ੍ਰਕਾਸ਼ ਦੁਨੀਆ 'ਚ ਖਿਲਾਰਦਾ ਹੈ, ਰਵੀ ਵਾਂਗੂ ਤੇਰਾ ਪ੍ਰਕਾਸ਼ ਸੰਸਾਰ ਵਿੱਚ ਹਮੇਸ਼ਾ ਕਾਇਮ ਰਹੇ। ਤੋ ਨਾਮ ਦਾ ਭੰਡਾਰ ਖੋਲ ਦੇ। ਜੋ ਭੁੱਲੀਆਂ ਭਟਕੀਆਂ ਰੂਹਾਂ ਹਨ, ਉਹਨਾਂ ਨੂੰ ਮੇਰੇ ਨਾਮ ਦਾ ਗਿਆਨ ਕਰਕੇ ਸਹੀ ਰਸਤੇ ਉੱਤੇ ਲਿਆ ਕਰਕੇ ਮੇਰੇ ਤੱਕ ਪਹੁੰਚਾਉਣ ਦਾ ਕਾਰਜ ਆਰੰਭ ਕਰ। ਪਰ ਅੱਜ ਅਗਰ ਸੋਚਿਆ ਜਾਏ, ਵਿਚਾਰਿਆ ਜਾਏ, ਕਹਿਣ ਨੂੰ ਤਾਂ ਅਸੀਂ ਸਭ ਕਵਾਂਗੇ ਕਿ ਅਸੀਂ ਰਵਿਦਾਸੀਏ ਹਾਂ, ਰਵਿਦਾਸੀਏ ਹਾਂ। ਪਰ ਜੇ 150 ਵੀਰ ਭੈਣਾਂ ਭਰਾਵਾਂ ਨੂੰ, ਮਾਤਾਵਾਂ ਨੂੰ ਪੁੱਛਿਆ ਜਾਏ ਕਿ ਕਿਆ ਅਸੀਂ ਰਵਿਦਾਸੀਏ ਹਾਂ, ਜੋ ਮੋਹਰ ਰਵਿਦਾਸ ਦੇ ਪਾਸ ਸੀ ਨਾਮ ਦੀ, ਜੋ ਜੁਗਤੀ ਉਹਦੇ ਪਾਸ ਸੀ ਨਾਮ ਦੀ, ਜਿਸ ਜੁਗਤੀ ਨਾਲ ਉਹ ਨਾਮ ਜਪਦੇ ਸਨ, ਜਿਹੜੀ ਮੋਹਰ ਉਹਨਾਂ ਨੇ ਰਾਜਿਆਂ ਮਹਾਰਾਜਿਆਂ ਤੇ ਲਗਾਈ, ਜੋ ਨਾਮ ਉਸ ਦੇ ਪਾਸ ਸੀ, ਕਿਆ ਉਹ ਮੋਹਰ ਸਾਡੇ ਉੱਤੇ ਲੱਗ ਚੁੱਕੀ ਹੋਈ ਹੈ? ਫਿਰ ਅਸੀਂ ਆਪਣੇ ਆਪ ਨੂੰ ਖਾਲੀ ਮਹਿਸੂਸ ਕਰਾਂਗੇ ਕਿ ਅਸੀਂ ਖਾਲੀ ਹਾਂ, ਕੱਚੇ ਹਾਂ, ਪੂਰੇ ਰਵਿਦਾਸੀਏ ਨਹੀਂ। ਕਿਉਂਕਿ ਉਹਨਾਂ ਵਾਲੀ ਮੋਹਰ ਸਾਡੇ ਤੇ ਜਿੰਨਾ ਚਿਰ ਨਹੀਂ ਲੱਗੇਗੀ ਨਾਮ ਦੀ, ਉਹਨਾਂ ਚਿਰ ਅਸੀਂ ਪੱਕੇ ਰਵਿਦਾਸੀਏ ਨਹੀਂ, ਕੱਚੇ। ਕਿਉਂਕਿ ਉਹ ਮੋਹਰ ਸਾਡੇ ਤੇ ਨਹੀਂ ਲੱਗੀ। ਇਸ ਵਾਸਤੇ ਮਹਾਰਾਜ ਨੂੰ ਇਹੋ ਹੀ ਹੁਕਮ ਹੋਇਆ ਕਿ ਜਾ ਕਰਕੇ ਨਾਮ ਦਾ ਭੰਡਾਰ ਖੋਲ ਕਰਕੇ। ਸੋ ਰਵਿਦਾਸ ਜੀ ਦੇ ਮੁਤਲਕ ਲਿਖਿਆ, 1 ਸਾਲ ਦਾ ਜਦੋਂ ਰਵਿਦਾਸ ਹੋਇਆ,
ਦੂਜੇ ਸਾਲ ਮਨ ਮਾਪਿਆਂ ਭਾਵਦਾ ਏ, ਤੀਜੇ ਸਾਲ ਵਿੱਚ ਬੈਠਣਾ ਸਿੱਖ ਜਾਂਦਾ, ਚੌਥੇ ਸਾਲ ਵਿੱਚ ਖੇਡਣੇ ਜਾਵਦਾ ਏ, ਪੰਜਵੇਂ ਸਾਲ ਵਿੱਚ ਕਲਾ ਦਿਖਾਉਣ ਲੱਗਾ, ਛੇਵੇਂ ਸਾਲ ਵਿੱਚ ਸ਼ੰਖ ਵਜਾਉਂਦਾ ਹੈ। 6 ਸਾਲ ਦੀ ਉਮਰ ਵਿੱਚ ਮਹਾਰਾਜ ਨੇ ਧੋਤੀ ਪਹਿਨਣੀ ਸ਼ੁਰੂ ਕਰ ਦਿੱਤੀ, ਮੱਥੇ ਤੇ ਤਿਲਕ ਲਗਾਉਣਾ ਸ਼ੁਰੂ ਕਰ ਦਿੱਤਾ, ਜੰਝੂ ਪਾਉਣਾ ਸ਼ੁਰੂ ਕਰ ਦਿੱਤਾ ਔਰ ਸ਼ੰਖ ਵਜਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਮਨੂ ਸਿਮਰਤੀ ਦੇ ਮੁਤਾਬਕ ਬੈਨ ਲੱਗੇ ਹੋਏ ਸਨ ਕਿ ਕੋਈ ਸ਼ੂਦਰ ਸ਼ੰਖ ਨਹੀਂ ਵਿਛਾ ਸਕਦਾ, ਨਿੱਕੀ ਕੌਮ ਜਾਤੀ ਦਾ ਕੋਈ ਜੰਝੂ ਨਹੀਂ ਪਾ ਸਕਦਾ, ਤਿਲਕ ਨਹੀਂ ਲਗਾ ਸਕਦਾ, ਧੋਤੀ ਨਹੀਂ ਬਣ ਸਕਦਾ। ਇਹ ਬੈਨ ਲੱਗੇ ਹੋਏ ਸਨ, ਪਾਬੰਦੀ ਲੱਗੀ ਹੋਈ ਸੀ। ਤਾਂ ਮਹਾਰਾਜ ਨੇ ਕੌਤਕ ਰਚਣ ਵਾਸਤੇ ਇਹ ਸਾਰੇ ਹੀ ਕੰਮ 6 ਸਾਲ ਦੀ ਉਮਰ ਵਿੱਚ ਕਰਨੇ ਸ਼ੁਰੂ ਕਰ ਦਿੱਤੇ। ਜਦ ਗੋਵਰਧਨਪੁਰ ਦੀਆਂ ਝੁੱਗੀਆਂ ਵਿੱਚੋਂ ਸ਼ੰਖ ਦੀ ਆਵਾਜ਼ ਲੋਕਾਂ ਨੇ ਸੁਣੀ, ਉੱਚ ਜਾਤੀ ਦੀਆਂ ਲੋਕਾਂ ਨੇ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ, ਜੋ ਲੋਕ ਮਨੂਵਾਦੀ ਲੋਕ ਸਨ, ਜਿਹੜੇ ਲੋਕ ਈਰਖਾਵਾਦੀ ਲੋਕ ਸਨ, ਉਹਨਾਂ ਲੋਕਾਂ ਨੇ ਜਦ ਆਵਾਜ਼ ਸੁਣੀ, ਉਹਨਾਂ ਆਖਿਆ ਇਹ ਅਛੂਤਾਂ ਦੀਆਂ ਝੁੱਗੀਆਂ ਵਿੱਚੋਂ ਸ਼ੰਖ ਦੀ ਆਵਾਜ਼, ਜਾਂ ਤੇ ਕੋਈ ਬ੍ਰਾਹਮਣ ਆਪਣੇ ਕਰਮ ਕਾਂਡ ਤੋਂ ਗਿਰ ਗਿਆ ਤੇ ਉਹ ਜਾ ਕੇ ਉੱਥੇ ਸ਼ੰਖ ਵਜਾਉਂਦਾ, ਜਾਂ ਕੋਈ ਨਿੱਕੀ ਕੌਮ ਦਾ ਸ਼ੰਖ ਵਜਾਉਣ ਲੱਗ ਪਿਆ। ਇਸ ਦਾ ਪਤਾ ਕਰਨਾ ਚਾਹੀਦਾ ਵੀ ਸ਼ੰਖ ਕਿਉਂ ਵਜਾਉਂਦੇ। ਇਹ ਸੋਚ ਕਰਕੇ ਉਹਨਾਂ ਮਰਾਸ਼ੀ ਨੂੰ ਕਿਹਾ, ਜਾ ਭਾਈ ਜਾ ਕੇ ਪਤਾ ਕਰਕੇ ਆ ਤੇ ਕੌਣ ਹੈ ਜੋ ਸ਼ੰਖ ਵਜਾਉਂਦਾ ਹੈ। ਉਸ ਵਕਤ ਮਰਾਸ਼ੀ ਨੂੰ ਭੇਜ ਦਿੱਤਾ ਗਿਆ। ਲਿਖਿਆ ਹੈ, ਗੁਰੂ ਰਵਿਦਾਸ ਅਪਰ ਅਪਾਰ ਜੀ, ਕੌਮ ਤਾਰ ਦੀਨੀ ਆ ਕੇ ਵੇ ਸੰਸਾਰ ਜੀ, ਸਵਾ ਕੋ ਤੇ ਝੁੱਗੀਆਂ ਨੂੰ ਲਾਵੇ ਲਾਉਂਦਾ, ਤਿਲਕ ਜਨਿਆਉ ਸ਼ੰਖ ਨੂੰ ਵਜਾਉਂਦਾ, ਸ਼ੰਖ ਸੁਣ ਲੋਕ ਕਰਦੇ ਵਿਚਾਰ ਜੀ, ਐਸਾ ਕੌਣ ਵੇਖੋ ਜੰਮਿਆ ਚਮਿਆਰ ਜੀ, ਚਮਿਆਰਾਂ ਦੀਆਂ ਝੁੱਗੀਆਂ ਚੋਂ ਆਵਾਜ਼ ਆਉਂਦਾ, ਆ ਤਿਲਕ ਜਨਿਆਉ ਸ਼ੰਖ ਨੂੰ ਵਜਾਉਂਦਾ। ਕਹਿੰਦੇ ਭੇਜ ਕੇ ਮਰਾਸ਼ੀ ਪਤੇ ਨੂੰ ਮੰਗਾ ਲਿਓ, ਜਿਹੜਾ ਪੂਰੇ ਸ਼ੰਖ ਉਸ ਨੂੰ ਸਮਝਾ ਲਿਓ। ਭੇਜਿਆ ਮਰਾਸ਼ੀ ਪਤਾ ਲੈਣ ਜਾਵਦਾ, ਤਿਲਕ ਜਨਿਆਉ ਸ਼ੰਖ ਨੂੰ ਵਜਾਉਂਦਾ। ਪਹੁੰਚਿਆ ਮਰਾਸ਼ੀ ਝੁੱਗੀਆਂ ਮੇ ਜਾਏ ਕੇ, ਉਹਨ ਇਕੱਠੇ ਕੀਤੇ ਲੋਕ ਸਾਰੇ ਹੀ ਬੁਲਾਏ ਕੇ, ਇੱਕ ਦੂਜਾ ਸੱਦ ਦੂਜੇ ਨੂੰ ਲਿਆਉਂਦਾ, ਆ ਤਿਲਕ ਜਨਿਆਉ ਸ਼ੰਖ ਨੂੰ ਵਜਾਉਂਦਾ। ਆਖਦਾ ਮਰਾਸ਼ੀ ਕਿਹੜਾ ਸ਼ੰਖ ਪੂਰਦਾ, ਹੱਥ ਵਿੱਚ ਸੋਟਾ ਸਾਰਿਆਂ ਨੂੰ ਘੂਰਦਾ, ਦੱਸ ਦਿਓ ਛੇਤੀ ਕਾਹਨੂੰ ਢੇਰ ਲਾਉਂਦਾ, ਆ ਤਿਲਕ ਜਨਿਆਉ ਸ਼ੰਖ ਨੂੰ ਵਜਾਉਂਦਾ। ਜਿਸ ਵੇਲੇ ਮਰਾਸ਼ੀ ਨੇ ਬੜੇ ਰੋਹ ਵਿੱਚ ਆ ਕਰਕੇ ਪੁੱਛਿਆ, ਦੱਸੋ ਭਾਈ ਕੌਣ ਹੈ ਤੁਹਾਡੇ ਵਿੱਚੋਂ ਜੋ ਸ਼ੰਖ ਵਜਾਉਂਦਾ ਹੈ। तो सब महल्ला इकट्ठा होया। तो उन्होंने दसिया, पुत्र रविदास पिता संतोख जी, शंख पूरने दी है इन्हां दी खोट जी, कहण संतोखे नूं क्यों नहीं हटाउंदा, तिलक जनियाउ शंख नूं वजाउंदा। उसे वेले सारे महल्ले दसिया, पिता संतोख है, उहदा पुत्र रविदास है, वो शंख वजाउंदा है। कालू दा पोतरा है, वो शंख पूरदा है। तो सब बरादरी ने पिता संतोख जी ने कहा, क्या तेरा लड़का तेरे तो जबरदस्ती वजाउंदा है, तू रोकदा नहीं इसनूं, क्यों वजाउंदा है। कहन संतोखे नूं क्यों नहीं हटाउंदा, तिलक जनियाउ शंख नूं वजाउंदा। तो पिता संतोख जी कहंदे ने, कहंदा संतोखा चलदी ना पेश जी, घर विच नित पैंदा है कलेश जी, हटदा नहीं मेथों मैं भी जोर लाउंदा, तिलक जनियाउ शंख नूं वजाउंदा। पिता संतोख जी कहंदे ने, साडे घर विच रोज़ कलेश इस गल दा पैंदा है, मैं रोकना हाँ पर रुकदा नहीं। अपने आप उठ के सवेरे इशनान करदा है, इशनान करन तो बाद मत्थे तिलक लगांदा है और सूतर दा अपना जंजू पा लिया होया है, धोती बनदा है और शंख जरूर पूरदा है, और बहुत बार कोठे ते चढ़ के पूजदा है, रुकदा नहीं। बड़ा समझाया है, रोज़ लड़ाई घर च कलेश पैंदा है, हटदा नहीं मेथों मैं भी जोर लाउंदा, तिलक जनियाउ शंख नूं वजाउंदा। सारियां ने लिया रविदास साध जी, जिथे सारा महल्ला इकट्ठा होया सी, सारियां ने रविदास जी महाराज नूं बुलाया
जिसले भई सदो ਉਹਨੂੰ ਪੁੱਛੀਏ ਵੀ ਕਿਉਂ ਨਹੀਂ ਹਟਦਾ। ਜਿਸਲੇ ਬੁਲਾਇਆ ਤਾਂ ਮਹਾਰਾਜ ਦੇ दैने हथ विच संख है, आन करके जिथे सारा महला इकट्ठा सी उत्थे आके उन संख वजाया। सारिया ने लिया रविदास सद जी आन के सभा च पूरे संग गज जी। जिंदा नहीं रती भी वो खौफ खामदा, तिलक जनिया उस संख नूं वजावदा। आखदा मराशी संख ना वजावी तू, पिंड कोलों लड़किया ना मार खावी तू। इन्नी कह के मुड़ जो मराशी जामदा, तिलक जनिया संख नूं वजावदा। तो जिस वे संख की आवाज़ सुनी उस वक्त मराशी कहता काका ये संख ना वजा, तू उच्च जाति लोगों का दिल ना दुखा, क्योंकि ये तू वजाउंदा है इस वास्ते उच्च जाति लोग का दिल दुखता है और तू नगर पिंड कोलों मार खावेंगा, ना वजा। मुड़ आया मराशी कह के चला आया। पिंड दे विच शहर दे विच आ करके जिस सभा ने उन्होंने भेजिया सी, ब्राह्मणा की सभा ने आन के उन्होंने कहन लगा मराशी देखो रविदास नाम का लड़का है 6 साल का और उहदा पिता संतोख जी हैं, उहदा दादा कालू जी हैं, चमियार जाति है, वो संख वजाउंदा है। असा उन्होंने सद्या सी, उन ते साडे कोल ही आन के संख पूर दिता सी। पिंड दे विच जो आन के दसे मराशी बात, तिलक जनेऊ हथ संख सू, नाम उदा रविदास। महाराज मैं आप अखी वेख के आया, मराशी कहंदा है मत्थे तिलक लगाया होया है, जंजू पहनिया होया है और धोती पहनी हुई है, हाथ विच संख है, संख है। आप अखी देख के आया। ठीक है। पिंड दे विच जो आन के दसे मराशी बात, तिलक जनेऊ हथ संख सू, नाम उदा रविदास। जिसले दसिया उन्हां लोगां मीटिंग की, ब्राह्मणा लोगां ने ਜਿਹੜੇ लोग ईरखवादी ज़्यादा सन, मीटिंग करके आख्या चलो हुणे ही रोकीए चल के, अगर वो बजाउंदा रहा तो फिर उसने गांह बजाई जाना है, हुणे चल के रोकया जाए। कट्ठे होके लोग सारे उसे वेले टुर पे, पर 100 कदम झुगियां तो पिछा बैठ जाम दे। आखदे मराशी नूं तू सद के लिहाई छेती, विच रहे चमियार नित संख नूं वजाम दे। जाके मराशी फिर आखदा है सारियां नूं चलो छेती तुरो तुहानूं विपर बुलाम दे। सुनदिया ही सार तरथल चढ़ी सारियां नूं, कहे पूरनदास बाहर झुगियां तो आम दे। जाके दोबारा फिर मराशी ने जद किया कि पिंड तो बाहर एक पंचायत आई हुई है उच्च जाति लोगों की, आप जब चलो चल करके उथे पेश होवो, तुहानू पंचायत ने बुलाया है, तो रविदास नूं नाल लै चलो। उस वक्त सारा महला फिर इकट्ठा होया, कहन लगे विपता पै गई है। रविदास नूं क्या अगर तू ना वजावे संख ते ये सानू रोज ना बुलाउण, पता नहीं हुण की बनना है। तो रविदास जी महाराज ने कहा आप मेरे नाल सब चलो, डरो ना, गलबात मैं खुद कर लूँगा, आप मेरे नाल चलो। पर बाल अवस्था होने करके कोई यकीन नहीं कर रहा तो ये की गल करनगे। बाल अवस्था होने करके यकीन नहीं कर रहा महला, बार बार कहने उत्ते भी यकीन नहीं कर रहा। तो श्री गुरु रविदास जी महाराज कहेंगे अच्छा फिर मैं कला जावां। जिसले तुरन लगा
थोड़ा जिहा गांह होया तो माता ने सोचा कि कला ही तुर पिया, मैं इसनूं खुद डरा धमका करके मैं इसनूं रोक लैनी आ। माता जी गांह होए, बांह फड़ के एक चंड पोली जी उगर के लगाई। जिस वे नजदीक चंड आई तो गुरु महाराज ने छेती नाल मूँह अड्डिया। माता नूं इस तरह मालूम होया कि जैसे त्रई लोग दुनिया जिहड़ी है मूँह विच वस रही है। माता घबरा करके डिग पई जिस वेले तो अपनी माता का सिर अपने गोडे उत्ते रख करके तो बार बार महाराज कहंदे ने माता मां मां कहंदे ने, पर मां कंबी जा रही। कुछ देर के बाद अखियां खोल करके माता कहंदी है, भाई तू सच दस, तू है कौन, तू की चीज़ है, किसे जिन भूत चड़ेल तो मेरे घर नहीं जन्म ले लिया। जिस वेले माता ने यह कहा, पुछया कमदिया उस वक्त रविदास जी महाराज ने कहा, माता जी घबराओ ना, आप भजन करया करते सी ना। सिर हिलाया कि हाँ माता, तू भजन 36 साल भजन करती रही है। हाँ, तो बंदगी करन दे बाद, नाम जपन तो बाद परमेश्वर कोलों की मंगदी हुंदी सै। झट मां दी अखियां खुल गई। मां नूं चेता आ गया, ओहो मैं तो भजन करन तो बाद ये कहंदी हुंदी हाँ, हे मालका, हे परमात्मा, मैं अपनी गोद विच एक अवतार खिलावां। चेता कराता, मां नूं चेता आ गया कि मैं आ मंगदी हुंदी सी कि मैं अपनी गोद विच अवतार खिलावां। तो महाराज ने चेता कराता रविदास जी ने। पर जिस वक्त पोली जी चंड लगाई उस वक्त वो दाई देख रही सी जो हर रोज महाराज के जन्मदिन तो लैके उस समय तो अवतार जान करके हर रोज दर्शन करना आउंदी सी घर। जब देखिया कि माता ने पोली जी चंड लगा दी है, दौड़ करके वो दाई आई तो माता नूं कहन लगी, भोलिए ये की कीता ही, इनू क्यों मारे, तू नहीं जानदी ये कौन है। आ करके तो दाई कहिंदी है, कानू चांडे नानू मारी बोलिए, पुत तेरा अवतारी। कानू चांडे नानू मारी बोलिए, पुत तेरा अवतारी। जन्म दे तो मैनू भरोसा, जन्म दे तो मैनू भरोसा, जोत जगत आयो नर दूजा, जोत जगत आयो नर दूजा। एनू मनेगी दुनिया सारी बोलिए, पुत तेरा अवतारी। कानू चांडे नानू मारी बोलिए, पुत तेरा अवतारी। माता इसनू क्यों चंड मारी आ, पिता तेरा पुत्र अवतार है। जद इहदा जन्म होया सी उस वेले सारे ग्रह विखे प्रकाश होया सी। इनू तां सारी दुनिया ने मनना है। कहंदी है, तेनू पता है मैं रोज इहदे चरण पूजन आउणी आ। चरण कंबल चेतेस दे लगावा, चरण कंबल चेतेस दे लगावा। नित मैं दीदार कर सिर नूं झुकावा, नित मैं दीदार कर सिर नूं झुकावा। जावा इस तो सदके वारी बोलिए, पुत तेरा अवतारी। कानू चांडे नानू मारी बोलिए, पुत तेरा अवतारी।
ਮਾਤਾ ਹਰ ਰੋਜ਼ ਮੈਂ ਆਉਣੀ ਆ, ਇਹਦੇ ਚਰਨਾਂ ਤੇ ਸਿਰ ਨਵਾਉਣੀ ਆ, ਦੀਦਾਰ ਕਰਕੇ ਰੋਜ਼ ਜਾਣੀ ਆ। ਮੇਰੇ ਰੋਜ਼ ਆਉਣ ਦਾ ਆਪਦੇ ਘਰ ਇਹੀ ਕਾਰਨ ਹੈ। ਇਹ ਤੇਰੀ ਵੱਡੀ ਤਪੱਸਿਆ ਦਾ ਫਲ ਹੈ ਕਿ ਤੇਰੀ ਗੋਦ ਵਿੱਚ ਮਾਲਕ ਨੇ ਖੁਦ ਜਨਮ ਲਿਆ ਹੋਇਆ ਹੈ। ਘੋਰ ਤਪੱਸਿਆ ਤੇਰੀ ਦਾ ਫਲ ਹੈ, ਘੋਰ ਤਪੱਸਿਆ ਤੇਰੀ ਦਾ ਫਲ ਹੈ। ਅਗਮਾਂ ਨੇ ਗਮ ਵਾਲੀ ਜਲ ਥਾਲੇ, ਅਗਮਾਂ ਨੇ ਗਮ ਵਾਲੀ ਜਲ ਥਾਲੇ। ਮੱਥੇ ਚਮਕਦਾ ਹੀ ਨੂਰ ਚਮਕਾਰੀ ਭੋਲੀਏ, ਪੁੱਤ ਤੇਰਾ ਅਵਤਾਰੀ। ਕਾਨੂੰ ਚਾਂਡੇ ਨਾਨੂੰ ਮਾਰੀ ਭੋਲੀਏ, ਪੁੱਤ ਤੇਰਾ ਅਵਤਾਰੀ। ਮਾਂ ਗੌਰ ਨਾਲ ਇਹਦੇ ਮਸਤਕ ਵਿੱਚ ਵੇਖ, ਧਿਆਨ ਮਾਰ ਕੇ ਵੇਖ ਦੋ ਅੱਖੀਆਂ ਦੇ ਵਿਚਕਾਰ। ਮਾਤਾ ਇਸ ਦੇ ਮਸਤਕ ਵਿੱਚੋਂ ਜੋ ਲਾਈਟ ਪ੍ਰਗਟ ਹੋ ਰਹੀ ਹੈ, ਇਹ ਪ੍ਰਕਾਸ਼ ਹੋ ਰਿਹਾ ਹੈ, ਮੱਥੇ ਨੂਰ ਚਮਕ ਰਿਹਾ ਹੈ, ਇਹ ਤੇਰੀ ਘੋਰ ਤਪੱਸਿਆ ਦਾ ਫਲ ਹੈ ਕਿ ਤੇਰੀ ਗੋਦ ਵਿੱਚ ਅਵਤਾਰ ਖੇਡ ਰਿਹਾ ਹੈ। ਤੂੰ ਕਹਿੰਦੀ ਏ ਦਾਸ ਖੁਦਾ ਮੰਦਾ ਨਹੀਂ ਉਹ ਕਹਿਣਾ, ਦਾਸ ਖਜ਼ਾਨ ਮੰਦਾ ਨਹੀਂ ਉਹ ਕਹਿਣਾ, ਬਾਲਕ ਜਾਨ ਮੰਦਾ ਨਹੀਂ ਉਹ ਕਹਿਣਾ। ਕਹਿੰਦੀ ਐਸਾ ਨਾ ਹੋਵੇ ਕਿ ਬੱਚਾ ਜਾਣ ਕੇ ਇਸ ਨੂੰ ਕੋ ਮੰਦਾ ਕਹਿੰਦੀ ਹੋਵੇ, ਬਿਲਕੁਲ ਨਹੀਂ ਕਹਿਣਾ। ਇਹ ਤਾਂ ਸਾਰੀ ਸ੍ਰਿਸ਼ਟੀ ਦਾ ਵਾਲੀ ਮਤ ਭੁਲੇਖੇ ਵਿੱਚ ਰਵੇ। ਸੋ ਜਿਸ ਵੇਲੇ ਮਾਤਾ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਠੀਕ ਹੈ ਕੋਈ ਹਸਤੀ ਹੈ, ਤਾਂ ਕੁਛ ਆਦਮੀ ਚੱਲ ਪਏ ਨਾਲ, ਜਿੱਥੇ ਬਾਹਰ ਸਭਾ ਬੈਠੀ ਸੀ ਉੱਥੇ ਪਹੁੰਚ ਕਰਕੇ ਰਵਿਦਾਸ ਜੀ ਨੇ ਫਿਰ ਸਭਾ ਦੇ ਕੋਲ ਜਾ ਕਰਕੇ शंख बजा दिया। शंख बजाया जिस वेले, तो जो शंख बजाण दी वजन के खिलाफ सन, जो सभा रोकण वास्ते गई सी, वो शंख भला उन्होंने कितना चंगा लगना सी। शंख की आवाज़ सुनदियां ही सारियां नूं बहुत गुस्सा होया, बहुत गुस्से होए कि साडे कोल ही आण के वजा दिता है। कवि एक ने लिखिया है, शंख सुन सारी सभा पखी अंगियार वांगू, आखदे ने सारे गवा दिओ एदी जिंद नूं, विच लियांदा चमियार डर मनदा नहीं एक रत्ती, मार दिओ छेती ना लगाओ तुसी बेंद नूं। कई जने खड़े हो के आखदे सभा दे विच, बात नाल सी जो छड्ड जावे इथों पिंड नूं, जे तां बात मन्ने शंख पूरने तो हट जाए, नहीं तो जो कहांगे चल आप भूप इंद। कहंदे ਤੇ ਜਾਂ ਤੇ ਸ਼ੰਖ ਵਜਾਉਣਾ ਛੱਡ ਦੇ, ਤਿਲਕ ਲਗਾਉਣਾ ਛੱਡ ਦੇ, ਜੰਝੂ ਪਹਿਨਣਾ ਛੱਡ ਦੇ, ਧੋਤੀ ਬੰਨਣੀ ਛੱਡ ਦੇ, ਔਰ ਜੇ ਤੂੰ ਇਹ ਕੰਮ ਨਹੀਂ ਛੱਡਣੇ ਇਥੋਂ ਪਿੰਡ ਛੱਡ ਕੇ ਚਲਾ ਜਾ, ਇਹ ਕੰਮ ਅਸਾਂ ਕਰਨ ਨਹੀਂ ਦੇਣਾ। ਤੇ ਸੋਚਦੇ ਨੇ ਜੇਕਰ ਨਹੀਂ ਹਟਦਾ, ਇਸ ਵਕਤ ਰਾਜਾ ਨਾਗਰਮਲ ਬ੍ਰਾਹਮਣ ਜਾਤ ਵਿੱਚੋਂ ਹੈ, ਚੱਲ ਕੇ ਉੱਥੇ ਸ਼ਿਕਾਇਤ ਕਰਾਂਗੇ, ਆਪੇ ਉਹ ਇਸ ਨੂੰ ਰੋਕ ਲਏਗਾ ਜਾਂ ਕਿਸੇ ਜੇਲ੍ਹ ਵਿੱਚ ਬੰਦ ਕਰ ਦੇਗਾ। ਪਰ ਕਾਲੇ ਦਿਲ ਵਾਲੇ ਵਿੱਚ ਹੀ ਹੁੰਦੇ ਨੇ, ਉਹ ਕਹਿੰਦੇ ਐਡੀ ਦੂਰ ਜਾਣਾ, ਐਡੀ ਦੂਰ ਜਾਣਾ, ਕੀ ਲੈਣ ਜਾਣਾ ਐਡੀ ਦੂਰ, ਇਹਦੇ ਮਾਰਨ ਦਾ ਕੀ ਹੈ, ਹੁਣੇ ਮਾਰ ਹੀ ਦਿੰਨੇ ਆ, ਇਸ ਨੂੰ ਕੀ ਬਣਨ ਲੱਗਾ, ਕੁਛ ਨਹੀਂ ਬਣਨ ਲੱਗਾ, ਮਾਰ ਦਿੰਨੇ ਆ। ਝੱਟ ਬਾਹਾਂ ਕੁੰਜ ਕਰਕੇ तो जिस पासे महाराज खड़े सन मारन वास्ते जाते ने, पर जेड़ा उठ के गांह हुंदा है, वो रस्ते विच ही मूधरे मूँह डिग पैंदा है, अगाह नहीं पहुँचा जाता, मूँह सिर भज जाता है, खून वगदा है, पिछे हट के बहिंदा है। तो कहंदा की है कि इहदे पास कोई जादू है, इस दे पास रविदास दे पास कोई जादू है जो ये पिछां सुट लैंदा है। लिखिया है, मारने नूं कई जने उठे दौड़ जी, बीतिया है भाना सुनो करो गौर जी,
आ सच्ची सच्ची बात तुहानू देवा दस जी, विच महाराज हो गए समरथ जी। चटापट जी विच महाराज हो गए समरथ जी, मूँह विचों लहुदे सी धारे जामदे, हो के शर्मिंदे पिछा मुड़ जामदे, बैठे निम्मो चाणे हो के विच साथ जी, विच महाराज हो गए समरथ जी। मारने नूं फेर नहीं सी कोई उठिया, जदों पंजां सत्तां दा बथाड़ा फुटिया, अनेकां बातां होर भी रहै ते कथ जी, विच महाराज हो गए समरथ जी। जद पंजां सत्तां दा मूँह सिर भज्जा, पिछे हो जाते ने, कहते ने इस दे पास कोई जादू है, जादू है जादू, पिछे हो जाते ने। तो कहते अच्छा रविदास जी महाराज दे पास आप महाराज प्रगट ने, होर तां किसी नूं दिसदे नहीं। सारे हट गए, कहते चलो भाई घरों करी राजे दे पास चल के शिकायत करांगे। तो रविदास जी के पास महाराज आप प्रगट हैं। लिखिया है, देखो रविदास प्रभु अगे समरथ आप, हाथ जोड़ भगत सी चरना ते नवाम दा, आपस में गल्लां दोवे करदे प्रेम नाल, नाले रविदास बीतिया सुनाम दा। सुन हाल सारा फिर महाराज आखदा है, करी ना फिकर भाई मैं नहीं तेथों जामदा, जदों करे याद हाजिर हो जा पूर्णदासा, इनी कह के फेर नहीं नजर उत्थे आम। महाराज कहन लगे जद भी तू कौतक रचेगा, पहले दिन का वायदा किया होया है, मैं हाजिर नाजिर हाँ। सो रविदास जी महाराज अपने घर पहुँच जाते हैं। घर आ करके सारे महल्ले वाले लोग जो नाल गए सन हैरान होंदे हुए कहंदे ने कि मालक ने ऐसी लाज रखी है कि गां आउण तक किसी नूं जुरत ही नहीं पई। अचरज गल सुन करके लोग हैरान होंदे ने कि ऐसी गल हो गई है। जद वेख्या कि शंख की आवाज़ हर रोज़ आ रही है, शंख उस तरह वज रहा है। कई दिन बीतण के बाद फिर उन्हें अपनी मीटिंग की, कचहरी की, तो राजे नागरमल के पास जाकर के शिकायत कर दी। लिखिया है, कई रोज बीते एक दिन की सुनावा गल, बिपरा ने अपनी कचहरी फिर लाई है, शंख नूं वजावे पाई हटिया कदन तनाई, राजा पास चलो यह गल ही ठहराई है। अगले सवेरे इकट्ठे हो के गए राजा पास जाके उन्हें अर्ज सुनाई है कि पूर्णदास तेरे अगे दरबार विच चलदी ना पेश, साडा तू ही बाप माई है। इकट्ठे होकर के सारे राजे नागरमल के पास कचहरी में चले गए। राजा तू साडा माई बाप है। ऐसा तरह एक शूदर जंजू पहनता है, तिलक लगाउंदा है, शंख वजाउंदा है। असा एक दिन उसनू बुलाया सी, पर आ हाल साडा होया सी, तो आप उसनू मंगवा करके सद करके कोई ऐसी सजा दे दियो, साडा जो धर्म नष्ट कर रहा है इसनू रोको। उस वेले राजे ने एक सिपाही नू भेज दिता, आख्या जा भाई जिहड़ा भी ऐसा कर्म करता है उन्होंने पकड़ करके लै आ। सिपाही जिहड़ा सी गोवर्धनपुर झुग्गियां दे विच पहुँच गया, जा करके घर पुछ के पिता संतोख जी का नाम लैके आवाज़ मारी। पिता संतोख जी बाहर आए। आउंदियां जिस वे वेख्या सिपाही छंतरी नूं वेख्या तां कदे पुलिस नाल कोई कम वाह ना पिया सी। पिता जी घबराए, पर अज फिर काम खराब हो गया है। कवि एक ने लिखिया है कि जब जाके सिपाही ने आवाज मारी तो एक कवि लिखता है, मारी आवाज संतोख नूं, मारी आवाज संतोख नूं दरवाजे आया, अखी डिठा संतरी
बापू घबराया, मैं समझाउंदा सा पुत्रा तू बाज न आया, अज कैद करेगा कोड़मा, दस कौन छुड़ाया। पिता जी कहते ने रविदास मैं तेनू रोज समझाउंदा सा ये काम ना कर, अज पुलिस आ गई है, सारा कोड़मा कैद कर लेंगे, दस कौन छुड़ाएगा। कैद करेगा कोड़मा, दस कौन छुड़ाया। कमजोरी वेखी बाप दी, सतगुर फरमाया। जद वेखी अपने पिता की कमजोरी कि पिता घबरा रहे ने, आख्या पिता जी क्यों घबरा गए हो, ना घबराओ। रविदास जी महाराज अपने पिता नूं कहंदे ने, सतगुर कहंदे बाप नूं क्यों वरती जरदी, आ दुखिया मेरी कौम है पई हो के परदी। रब ने मैनू भेजिया बन के हमदर्दी, नागर दे दरबार चों ना जिंद मेरी डरदी। आ जन्नू टिक्का धोतियां रब दिती वर्दी, आ बंदगी करके रब दी सब दुनिया तरदी। मैं भी बंदगी लाउणा देश नू मैनू हमदर्दी। एक दिन वेखियो पिता जी जदों रंगण चढ़दी, धन श्री रविदास गुरु मुख लाली चढ़दी। अपने पिता नू कहा पिता जी घबराओ ना, नागर दे दरबार विचों मेरी जिंद बिल्कुल नहीं डरदी, तुसी बिल्कुल ना डरो, चिंता ना करो। गुरु प्यारी साध संगत जीओ, रहबर दे कारनामिਆਂ ਦਾ ਕੋਈ ਅੰਤ ਨਹੀਂ ਹੁੰਦਾ। आओ सारियां रूहां अपना मुख पवित्र करो। धन रविदास तेरी वड्याई, धन रविदास तेरी वड्याई। 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 सो धन उसकी वड्याई है। जा करके आवाज मारी सिपाही ने तो झट रविदास जी तैयार हो जाते ने। चलो पहला कौतक वेख करके बरादरी नाल तुर पई तो राजे नागरमाल के दरबार में जा करके नागरमाल सी नाम भूपदा बैठा कचहरी ला के चौबदार ने देखो गुरां नूं हाज़र कीता आके। तिलक संख जा देखिया गुरां दा कोलों विपर कहण सुना के, साडे कर्म ये करदा कास नूं नीच जात में जाके। नाले ठाकर पूजा करदा रखदा जनेऊ पा के। राजा जादू खोरा ए चमरेटा वेख्या असां जमा के। मूँह सिर साडे फुट गए भूप जी, दसीए असी सुना के। बुरा हाल साडा करया इसने साधु पूर्ण कहे सुना के। कि राजा एक दिन इनू असां बुलाया सी, उस दिन साडे मूँह सिर सारे भज गए सन, साडा बुरा हाल होया सी। ये कोई जादू खोरा है, इसके पास बड़ा भारी जादू है। सो
सुन करके विपरां दी गल तो राजा नागरमल रविदास जी नूं कहंदे ने कि तू भाई ये कर्म क्यों करदा है। राजा कहंदा है कि क्यों करना है। विपरां दी फिर सुन के वार्ता राजा ने भगत बुलाया, दस भाई क्यों ऐसा संख क्यों बजाउणा है। तो रविदास जी महाराज कहंदे ने कि राजा मैं अज नहीं नवा नहीं कोई लगा ये काम करन, मैनू तो 4 युग हो गए ने। ये जनेऊ पहन दिया, ये शंख वजाउं दिया और इस भेस विच चलदियां 4 युग हो गए। तो जिस वेले ये गल कही 4 युग, हाँ 4 युग, 4 युग हो गए ने। इन्हां नूं पुछो इन्हां सतयुग विच काहदा पाया सी जंजू, द्वापर विच काहदा पहनिया सी और त्रेता विच किहड़ा पहनिया सी और कलयुग विच तां इह धागे दा लई फिरदे हन। इन्हां नूं पुछो। क्योंकि हाथ जोड़ फेर रविदास कहे जो, सुन राजा मेरे सच दे बिलाज जो, सुन गल जरा करके विचार जी, मैं तिलक जनेऊ पहरिया युग 4 जी। किसे दा ना भूप जी मैं संग खोया है, तिलक ना मैं मत्थे चो किसे दा धोया है। एवें मेरे उत्ते करदे मारो मार जी, मैं तिलक जनेऊ पहरिया युग 4 जी। 5 तत्त वाली नहीं जात पात जी, सुन राजा मेरे सच दे बिलाज जी, सुन गल जरा करके विचार जी, मैं तिलक जनेऊ पहरिया युग 4 जी। महाराज कहन लगे पवन पानी मिट्टी आकाश ते अग जो 5 तत्त हैं, 5 तत्तां दा सब दा शरीर बनया है। 6वां इहदे विच बोलण वास्ते मालक ने अपना नूर रखिया है। इन्हां सारियां चीज़ां दी कोई जात नहीं। तो महाराज अगर इन्हां चीज़ां दी जात नहीं, ये भी इन्हां चीज़ां दे बने हुए ने, मैं भी इन्हां चीज़ां दा बनया होया। 5 तत्त वाली नहीं जात पात जी, सुन राजा मेरे सच दे बिलाज जी, सुन गल जरा करके विचार जी, मैं तिलक जनेऊ पहरिया युग 4 जी। पहला पौन पानी ते आकाश जानिए, वायु तेज और पृथ्वी पहचानिए, 5 तत्त मिल इको हो गए सार जी, मैं तिलक जनेऊ पहरिया युग 4 जी। तो महाराज कहन लगे 5 तत्त मिल के शरीर करया, 6वां इहदे विच बोलणे नूं धरिया, पौन पानी अग्नि दी नहीं हो जात जी, सुन राजा मेरे सच दे बिलाज जी। इन्हां नूं पुछो सतयुग विच दसन काहदा पाया जी, मगरों द्वापर जो युग आया जी, त्रेता ते कलू काल जानो काज जी, तिलक जनेऊ पहरिया युग 4 जी। कढ़ण जनेऊ जी ये युग 4 दे, फिर महाराज मेरा भी उतार दे। फैसला कि हे महाराज अगर ये 4 युग दे जंजू दिखा दें तो मैं भी उतार देंदा हाँ। ये दसन काहदे जंजू पहने, 4 युग विच केड़े केड़े पहने। सो गुरु प्यारी साध संगत जीओ, ये तो सानू 4 युग दे मतलब शहादत मिलती है कि 4 युग दे जंजू उन्हें दिखाए, 4 युग विच बार बार आउंदे रहे और 4 युग विच ओही जंजू संभाल करके अपने अंदर इस वास्ते रख ले हुए सन कि एक टाइम आना है कलयुग के अंदर मैनू ये 4 युग की शहादत जिहड़ी है देनी पैनी है और मैं अपना अपने पास रखा। सो आओ 4 युग के मतलब अगर सवाल पैदा कर दिता जाए कि 4 युग विचों किस किस रूप विच आए, कदों कदों आए और किस तरह उन्होंने जंजू संभाल के रखे, ये बहुत पुरानी खोज है। इसकी खोज बहुत लंबी चौड़ी है। हुण तुसीं कहोगे किस तरह, देखो सतयुग के अंदर इतिहासां विच मिलता है बहुत लंबी खोज करने के बाद कि सतयुग के अंदर रवि प्रताप राजे के रूप विच रविदास जी सन। सतयुग के अंदर रवि प्रताप राजे के रूप विच राज करते सन। उस वक्त राज करते सन, धर्म का राज सी, बहुत बड़ा राज धर्म का राज सी। इन्हां दे राज विच शेर और बकरी एक जगह ते पानी पींदे सन। उस वक्त 28,000 देवतियां उत्ते राज करने वाला इंद्र, इस इंद्र ने
ਗੌਤਮ ਦੇ ਘਰ ਚੰਦਰਮੇ ਦੀ ਮਦਦ ਲੈ ਕਰਕੇ ਚੰਦਰਮੇ ਨੂੰ ਕਿਹਾ ਤੂੰ ਪਹਿਲੇ ਪੈਰ ਬਾਂਗ ਦੇ ਦੇ, ਗੌਤਮ ਰਿਖੀ ਨਹਾਉਣ ਚਲਾ ਜਾਏਗਾ, ਇਸ ਦੇ ਘਰ ਛਾਪਾ ਮਾਰਨਾ ਹੈ। ਇਸੇ ਤਰ੍ਹਾਂ ਹੀ ਕੀਤਾ ਹੈ ਨਾ। ਆਮ ਇਹ ਗੱਲ ਚੱਲਦੀ ਹੈ। 28,000 ਦੇਵਤਿਆਂ ਤੇ ਰਾਜ ਕਰਨ ਵਾਲਾ ਇੰਦਰ, ਇਸ ਨੇ ਗੌਤਮ ਰਿਖੀ ਦੇ ਘਰ ਛਾਪਾ ਮਾਰਿਆ ਕੋ ਕਰਮ ਲਈ। ਗੌਤਮ ਰਿਖੀ ਨਦੀ ਤੇ ਪਹੁੰਚਿਆ। ਨਦੀ ਨੇ ਕਿਹਾ ਭਰਵਿਆ ਤੂੰ ਕਿਉਂ ਘਰੋਂ ਆਇਆ, ਤੇਰੇ ਘਰ ਛਾਪਾ ਪਿਆ ਹੈ। ਇਸ ਵਕਤ ਮੈਂ ਤਾਂ ਖੁਦ ਨਾਮ ਜਪ ਰਹੀ ਹਾਂ, ਪਰ ਹੁਣ ਤੂੰ ਇਸ਼ਨਾਨ ਕਰ ਲੈ, ਫੌਰਨ ਚਲਾ ਜਾ। ਘਰ ਆਇਆ ਜਿਸ ਵੇਲੇ ਤੇ ਇੰਦਰ ਔਰ ਚੰਦਰਮਾ ਜੇ ਘਰੇ ਸਨ। ਦੌੜਨ ਲੱਗਾ ਇੰਦਰ ਔਰ ਇਸ ਨੂੰ ਸਰਾਪ ਦਿੱਤਾ ਗੌਤਮ ਰਿਖੀ ਨੇ ਕਿ ਤੇਰੇ ਸਰੀਰ ਤੇ ਸੱਗ ਪਗਾ ਹੋ ਜਾਣ ਸਾਰੇ ਤੇ। ਔਰ ਚੰਦਰਮੇ ਨੂੰ ਆਪਣੇ ਮੋਢੇ ਤੋਂ ਨਸਦੇ ਨੂੰ ਗਿੱਲਾ ਪਰਨਾ ਮਾਰਿਆ, ਜੋ ਅੱਜ ਤੱਕ ਅਜੇ ਕਾਲਾ ਨਿਸ਼ਾਨ ਹੈ ਚੰਦਰਮੇ ਦੇ ਅੰਦਰ। ਰਾਤ ਪਹਿਰੇਦਾਰ ਵੀ ਇਸਨੇ ਆਪਣਾ ਪ੍ਰਭਾਵ ਪਾ ਕੇ ਇੰਦਰ ਨੇ ਸਵਾ ਦਿੱਤੇ ਸਨ। ਜਿਸ ਵੇਲੇ ਦਿਨ ਚੜ੍ਹਿਆ, ਰਵੀ ਪ੍ਰਤਾਪ ਰਾਜੇ ਨੂੰ ਪਤਾ ਲੱਗਾ ਕਿ ਇੰਦਰ ਨੇ ਮੇਰੇ ਧਰਮ ਦੇ ਰਾਜ ਵਿੱਚ ਅਨਰਥ ਕੀਤਾ ਹੈ, ਪਾਪ ਕੀਤਾ ਹੈ, ਜ਼ੁਲਮ ਕੀਤਾ ਹੈ। ਰਵੀ ਪ੍ਰਤਾਪ ਰਾਜੇ ਨੇ ਆਖਿਆ ਹੋ ਕੇ 28,000 ਦੇਵਤਿਆਂ ਤੇ ਰਾਜ ਕਰਨ ਵਾਲਾ ਇੰਦਰ ਮੇਰੇ ਧਰਮ ਦੇ ਰਾਜ ਵਿੱਚ ਐਸਾ ਅਨਰਥ ਕਰੇ, ਪਾਪ ਕਰੇ, ਇਸ ਗੱਦੀ ਦੇ ਉੱਤੇ ਰਹਿਣ ਦੇ ਕਾਬਲ ਨਹੀਂ ਹੈ। ਉਸੇ ਵੇਲੇ ਰਾਜ ਭਾਗ ਆਪਣਾ ਛੱਡ ਕਰਕੇ ਬੰਦਗੀ ਆਰੰਭ ਕੀਤੀ ਕਿ ਮੈਂ ਇੰਦਰ ਲੋਕ ਜਿੱਤਾਂਗਾ, ਮੈਂ ਇੰਦਰ ਲੋਕ ਜਿੱਤ ਕਰਕੇ ਇਸ ਨੂੰ ਗੱਦੀ ਤੋਂ ਲਾਵਾਂਗਾ, ਇੱਥੇ ਰਹਿਣ ਦੇ ਕਾਬਲ ਨਹੀਂ। ਬੰਦਗੀ ਕਰਦੇ 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 ਰਵੀ ਪ੍ਰਤਾਪ ਰਾਜਾ ਆਪਣੇ ਪ੍ਰਾਣ ਤਿਆਗ ਗਏ ਸਨ। ਇਹ ਸੀ ਇਹਨਾਂ ਦਾ ਪਹਿਲਾ ਚੋਲਾ। ਔਰ ਫਿਰ ਇਹਨਾਂ ਨੇ ਜਨਮ ਲਿਆ ਸੰਭੂਕ ਦੇ ਨਾਮ ਨਾਲ। ਦੱਖਣ ਦੇਸ਼ ਦੇ ਅੰਦਰ ਬੰਦ ਪਰਬਤ ਹੈ, ਜਿਸ ਨੂੰ ਕਿ ਬੰਦ ਪਰਬਤ ਜਿਹੜਾ ਹੈ ਸਿੱਧ ਘਾਟੀ ਵੀ ਉਸ ਨੂੰ ਕਿਹਾ ਜਾਂਦਾ। ਉੱਥੇ ਜਨਮ ਲੈ ਕਰਕੇ ਫਿਰ ਗਰਭ ਆਸਣ ਲਾ ਕਰਕੇ ਪੁੱਠਿਆਂ ਲਟਕ ਕਰਕੇ ਤੇ ਫਿਰ ਤਪ ਸ਼ੁਰੂ ਕੀਤਾ, ਫਿਰ ਬੰਦਗੀ ਸ਼ੁਰੂ ਕੀਤੀ ਕਿ ਮੈਂ ਇੰਦਰ ਲੋਕ ਜਿੱਤਣਾ ਹੈ, ਇੰਦਰ ਨੂੰ ਨਹੀਂ ਇਸ ਗੱਦੀ ਤੇ ਰਹਿਣ ਦਿਆਂਗਾ। ਪ੍ਰਣ ਕੀਤਾ ਹੈ। ਬੰਦਗੀ ਕਰਦਿਆਂ ਕਰਦਿਆਂ ਦੁਨੀਆ ਨੂੰ 1 ਘੰਟਾ ਸਤਸੰਗ ਦਿੰਦੇ ਸਨ। ਦੁਨੀਆ ਨੂੰ ਦਿਹਾੜੀ ਵਿੱਚ ਦੁਨੀਆ ਅਡੀਕਦੀ ਸੀ ਹਜ਼ਾਰਾਂ ਦੀ ਤਾਦਾਦ ਵਿੱਚ ਬੈਠ ਕੇ ਕਿ ਸਤਸੰਗ ਕਦੋਂ ਮਿਲੇਗਾ। 1 ਘੰਟਾ 1.5 ਘੰਟਾ ਸਤਸੰਗ ਦਿੰਦੇ ਸਨ ਤਾਂ ਹਜ਼ਾਰਾਂ ਦੁਨੀਆ ਇਕੱਠੀ ਹੁੰਦੀ ਸੀ ਔਰ ਦੁਨੀਆ ਦੇ ਅੰਦਰ ਸਾਰੇ ਜਸ ਫੈਲ ਰਿਹਾ ਸੀ। ਉਸ ਵਕਤ ਰਾਮਚੰਦਰ ਦਾ ਰਾਜ ਸੀ, ਰੇਤਾ ਵਿੱਚ ਰਾਮਚੰਦਰ ਦਾ ਰਾਜ ਸੀ। ਉਹਨਾਂ ਆਖਿਆ ਕਿ ਐਸਾ ਇਹਨਾਂ ਲੋਕਾਂ ਮੀਟਿੰਗ ਕੀਤੀ ਔਰ ਫਿਰ ਕੀ ਕੀਤਾ, ਆਖਿਆ ਕਿਸੇ ਤਰ੍ਹਾਂ ਇਸ ਦਾ ਮਾਨ ਅਪਮਾਨ ਘਟਾਇਆ ਜਾਵੇ। ਇਹ ਜੋ ਇਕੱਤਰ ਹੋ ਰਹੀ ਹੈ, ਇਕੱਠੇ ਹੋ ਕੇ ਸਤਸੰਗ ਕਰਦੇ ਨੇ, ਇਸ ਨੂੰ ਰੋਕਿਆ ਜਾਏ। ਬ੍ਰਾਹਮਣ ਜਾਤੀ ਦਾ ਇੱਕ ਨੌਜਵਾਨ ਮਰ ਗਿਆ, ਚੁੱਕ ਕਰਕੇ ਲਾਸ਼ ਉਸ ਦੀ ਰਾਮਚੰਦਰ ਦੇ ਪਾਸ ਲਿਆਏ। ਰਮਾਇਣ ਪੜੋ। ਲੈ ਕਰਕੇ ਆਏ, ਰਾਮਚੰਦਰ ਨੂੰ ਕਹਿਣ ਲੱਗੇ ਇਹ ਰਾਮਚੰਦਰ ਤੇਰੇ ਅਵਤਾਰ ਹੁੰਦਿਆਂ ਹੋਇਆ ਬ੍ਰਾਹਮਣਾਂ ਦਾ ਨੌਜਵਾਨ ਪੁੱਤਰ ਪਹਿਲਾਂ ਨਹੀਂ ਮਰਨਾ ਚਾਹੀਦਾ, ਮਾਪੇ ਬੁੱਢੇ ਹੋ ਕੇ ਮਰਨੇ ਚਾਹੀਦੇ। ਰਾਮਚੰਦਰ ਨੇ ਕਿਹਾ ਫਿਰ ਕਿਉਂ ਮਰ ਗਿਆ? ਆਖਿਆ ਇਸ ਕਰਕੇ ਸਾਡਾ ਪੁੱਤਰ ਮਰ ਗਿਆ, ਤੇਰੇ ਰਾਜ ਵਿੱਚ ਬਹੁਤ ਵੱਡਾ ਕੋਈ ਪਾਪ ਹੋ ਰਿਹਾ, ਜ਼ੁਲਮ ਹੋ ਰਿਹਾ, ਅਪਰਾਧ ਹੋ ਰਿਹਾ। ਉਹਨਾਂ ਆਖਿਆ ਕੀ ਜ਼ੁਲਮ ਹੋ ਰਿਹਾ? ਆਖਿਆ ਤੇਰੇ ਰਾਜ ਵਿੱਚ ਕੋਈ ਅਛੂਤ ਬੰਦਗੀ ਕਰ ਰਿਹਾ, ਇਸ ਕਰਕੇ ਸਾਡਾ ਪੁੱਤਰ ਮਰ ਗਿਆ। ਆਖਿਆ ਕੌਣ ਅਛੂਤ ਹੈ ਬੰਦਗੀ ਕਰਨ ਵਾਲਾ? ਆਖਿਆ ਸੰਭੂਕ। ਰਾਮਚੰਦਰ ਨੇ ਖੁਦ ਜਾ ਕਰਕੇ ਸਿੱਧ ਘਾਟੀ ਦੇ ਉੱਪਰ ਰਾਮਚੰਦਰ ਨੇ ਖੁਦ ਜਾ ਕੇ ਪੁੱਛਿਆ ਕਿ ਤੂੰ ਕੌਣ ਹੈ? ਕਿਹਾ ਮੈਂ ਅਛੂਤ ਹਾਂ, ਮੈਂ ਇੰਦਰ ਲੋਕ ਜਿੱਤਣਾ ਹੈ। ਔਰ ਸੰਭੂਕ ਦੇ ਘਰੋਂ ਚੰਦ ਫੂਤਰਾ ਉਸ ਦੀ ਧਰਮ ਪਤਨੀ ਸੀ, ਜੋ ਦੌੜ ਕੇ ਆਈ ਕਿ ਕਿਆ ਪੁੱਛਦੇ ਹੋ? ਰਾਮਚੰਦਰ ਨੇ ਆਪਣੇ ਹੱਥ ਨਾਲ ਸੰਭੂਕ ਦਾ ਕਤਲ ਕੀਤਾ ਸੀ, ਸਿਰ ਲਾ ਦਿੱਤਾ ਸੀ। ਇਸ ਵਾਸਤੇ ਕਿ ਤੂੰ ਬੰਦਗੀ ਕਿਉਂ ਕਰ ਰਿਹਾ ਹੈ? ਇਹ ਸੀ ਇਹਨਾਂ ਦਾ ਦੂਸਰਾ ਜਨਮ।
चंद पुत्रा ने बड़ा रौला पाया कि इसनूं किस जुल्म विच मारन लगे हो, पर रामचंद्र ने एक नहीं सुनी, कतल करता। दूसरा जन्म ये सी। और तीसरा जन्म द्वापर विच रोम रिखी दे नाम नाल होया। रोम रिखी दे नाम दे नाल होया। फिर आन के बंदगी शुरू की कि मैं इंद्रलोक जितना है। रोम रिखी दे पास इतनी ताकत हो गई सी, 2 जन्म की पिछली भी बंदगी जमा सी, कि एक दिन घरों उठे, बाहर सैर करन गए, बेरियां सन, बेरियां विच लम्मे पै गए। एक बेरी नूं पैर लग गए, एक नूं सिर लग गया छावें, तां दोए बेरियां उसे वेले सुक गई। उन्हां दोवां बेरियां ने जाके लड़कियां दा जन्म लै लिया। ਉਹ लड़कियां जिसले जवान होइयां ਤਾਂ मापे सोचन लगे कि इन्हां दी शादी करनी है। उन्हां लड़कियां क्या असां नहीं शादी करनी, असां तां उस महान ऋषि नूं लभना है जिन साडी बेरियां दी जून छड़ाई हुई है। ਉਹ रोम ऋषि दे पास आईयां, नमस्कार कीती, पुछया रोम ऋषि ने, आओ बेटा किधर आई आओ। आख्या महाराज जितना साडी तुसां बेरियां दी जून छड़ाई है, उस तरह ये भी जून साडी छुड़ा दी। उस वक्त रोम ऋषि ने अंतर ध्यान होकर के सतलोक तो उस वेले विमान मंगाया। विमान मंगा के दोवां रूहां नूं मुक्त करके रूहां नूं विमान च बिठा के दोवां नूं सतलोक नूं भेज दिता। इन्नी ताकत दे मालक सन। इतिहास पढ़ के देखो। रोम ऋषि ने बंदगी करके इंद्रलोक जित्या। फिर जिस वेले इंद्रलोक जित लिया, जिस वेले जाकर के इंद्र दे सामने रोम ऋषि जी खड़े हुए, इन्हां दे मत्थे दा प्रकाश देख करके, तेज देख करके इंद्र संघासन छड़ के लांबे हो गया। लांबे हो गया, तेज नहीं चलिया गया। और किथे गया? इसदा गुरु सी बृहस्पति। इंद्र जिहड़ा सी बृहस्पति कोल गया कि मैं गुरु महाराज नूं पुछना भी ये कौन है। बृहस्पति कोल गया और बृहस्पति कहन लगा चलो नारायण जी के पास चलिए, भगवान के पास चलिए, पूछिए पे कौन है। जिस वेले 28,000 देवता, इंद्र, बृहस्पति दा गुरु सारे नारायण जी पास गए। लक्ष्मी जिहड़ी सी उन्हां दे चरण झस रही सी अके जा करके पूछया भी एक मात लोक चौरासी हस्ती आई है जिसका तेज नहीं चलिया जा रहा, वो कौन है। उस वक्त नारायण जी ने दसिया कि ए इंद्र ये ओहो ही रवि प्रताप राजा ही जिस दे राज विच तू अनर्थ कीता सी, पाप कीता सी, वो तेरे कोलों बदला लैन आ गया। ये संघासन तेरे वाला हुण तैनूं प्राप्त नहीं होना। अपनी मर्जी नाल दे जाए तो बेशक दे जाए, वरना तू ये को लै नहीं सकता। ये सारी कथा लक्ष्मी नूं नारायण जी ने सुनाई हुई है। गीता पढ़ो। हुण सारी कथा जो मैं कह रहा है गीता च पढ़ के वेखो। रोम ऋषि अछूत करके 9 गीता विच रोम ऋषि नहीं लिखते। कथा इहो ही है, पर 27 वार गीता विच 27 वार गीता विच लिखी गए ने। एक महात्मा सी, एक तपस्वी सी, इस तरह करके 27 वार इहो ही लिखी चले गए ने। ना नहीं लिखिया रोम ऋषि। ये अछूत का ना लिख दीए इहदे विच, कथा वो ही लिखी। क्यों? विचार करो जरा कि जिस वक्त 3 युग बंदगी कीती होवे जिसने नारायण जी दी, ते नारायण जी नूं भी ना नहीं सी आउंदा इन्हां दा। जे भगवान कृष्ण भगवान हुंदे ते गीता लिखण वाल गया उन्हां नूं भी ना नहीं सी इन्हां दा आउंदा। गीता विच दर्ज कर दे, वो भी भुल गए। उन्होंने रोम ऋषि ना नहीं सी आउंदा। कथा इहो ही लिखी सारी, पर ना नहीं लिखिया रोम ऋषि। क्या ये 27,000 देवतियां नूं ना नहीं सी आउंदा, इंद्र नूं भी नहीं सी आउंदा। इस वास्ते इसी इन्हां दा तीसरा जन्म। और चौथा जन्म सी रविदास दे नाम दा। ये 4 युग के जंजू जिहड़े सन अपने अंदर छुपा करके रखे सन,
ਉਹਨਾਂ ਨੂੰ ਪਤਾ ਸੀ ਕਿ ਇੱਕ ਟਾਈਮ ਐਸਾ ਆਉਣਾ ਕਲਯੁਗ ਦੇ ਅੰਦਰ, ਮੈਨੂੰ ਇਹ ਇਮਤਿਹਾਨ ਦੇਣਾ ਪੈਣਾ ਹੈ। ਚਾਰ ਚੁੱਕ ਦੇ ਜੰਝੂ ਜਿਸ ਵੇਲੇ ਰਾਜੇ ਦੇ ਦਰਬਾਰ ਵਿੱਚ ਕਿਹਾ ਗਿਆ ਕਿ ਰਾਜਾ ਇਹਨਾਂ ਨੂੰ ਪੁੱਛੇ ਕਾਹਦਾ ਕਾਹਦਾ ਜੰਝੂ ਪਹਿਨਦੇ ਨੇ, ਤੋ ਉਹ ਲੋਕ ਕਹਿਣ ਲੱਗੇ ਕਿ ਮਹਾਰਾਜ ਐਸਾ ਹੋ ਹੀ ਨਹੀਂ ਸਕਦਾ, ਕੌਣ ਆ ਜੋ ਚਾਰ ਚੁੱਕ ਦੇ ਜੰਝੂ ਸੰਭਾਲ ਕਰਕੇ ਚੌਂ ਜੁਗਾਂ ਦੇ ਰੱਖੇ, ਇਹ ਐਵੇਂ ਕਹਿੰਦਾ। ਉਸ ਵਕਤ ਸਾਰੇ ਕਹਿਣ ਲੱਗੇ ਮਹਾਰਾਜ ਕੋਈ ਨਹੀਂ ਰੱਖ ਸਕਦਾ, ਨਾ ਦੱਸ ਹੀ ਸਕਦਾ। ਸੋਚਿਆ, ਕਹਿਣ ਲੱਗੇ ਮਹਾਰਾਜ ਇਹਨਾਂ ਨੂੰ ਕਹੋ ਇਹੋ ਹੀ ਦਿਖਾਉਣ, ਸਾਡੇ ਪਾਸ ਤਾਂ ਕੋਈ ਤਾਕਤ ਨਹੀਂ। ਆਖਦੇ ਬ੍ਰਾਹਮਣ ਫਿਰ ਗੁਰੂ ਰਵਿਦਾਸ ਤਾਂ ਹੀ ਝੂਠ ਦੇ, ਤੂੰ ਕਾਹਨੂੰ ਐਵੇਂ ਬੋਲਦਾ ਪਹਾੜ ਜੀ, ਇੰਨੀ ਕਿਹਦੀ ਸੱਤਿਆ ਜਿਹੜਾ ਕੱਢ ਕੇ ਜਨੇਊ ਦੇਵੇ, ਐਵੇਂ ਮਾਰੀ ਜਾਵੇਂ ਤੂੰ ਤਾਂ ਜਾਤ ਦਾ ਚਮਿਆਰ ਜੀ, ਫੈਸਲਾ ਮਕਾਇਆ ਤੂੰ ਹੀ ਕੱਢ ਕੇ ਵਿਖਾਈ ਸਾਨੂੰ, ਤੂੰ ਹੀ ਕਿਉਂ ਜਿੱਤ ਅਸੀਂ ਗਏ ਫਿਰ ਹਾਰ ਜੀ, ਤੇਰੇ ਮੋਹਰੇ ਅਸੀਂ ਫਿਰ ਬੋਲਾਂਗੇ ਕਦੇ ਵੀ ਨਹੀਂ, ਦਾਸ ਕਹੇ ਇਹੋ ਸਾਡਾ ਹੋਇਆ ਜੋ ਕਰਾਰ ਜੀ। ਕਹਿਣ ਲੱਗੇ ਤੂੰ ਹੀ ਕੱਢ ਕੇ ਦਿਖਾ, ਤੇਰੇ ਪਾਸ ਕਿਹੜੇ ਹਨ ਚਾਰ ਜੁਗ ਦੇ ਜੰਝੂ। ਜਿਸ ਵੇਲੇ ਕਿਹਾ ਸੋ ਮਹਾਰਾਜ ਨੇ ਕੀ ਕੀਤਾ, ਉਸੇ ਵੇਲੇ ਆਪ ਨਾਲ ਜੋ ਰੰਬੀ ਖੜੀ ਹੋਈ ਸੀ ਮੋਢੇ ਨੂੰ ਚੀਰਨਾ ਸ਼ੁਰੂ ਕਰ ਦਿੱਤਾ। ਮੋਢੇ ਨੂੰ ਜਿਸ ਵੇਲੇ ਚੀਰਨਾ ਸ਼ੁਰੂ ਕੀਤਾ, ਖੂਨ ਦੀਆਂ ਧਾਰਾਂ, ਪਵਿੱਤਰ ਧਾਰਾਂ ਧਰਤੀ ਤੇ ਪਈਆਂ, ਧਰਤੀ ਕੰਬੀ, ਉੱਤੋਂ ਆਕਾਸ਼ ਕੰਬਿਆ, ਆਕਾਸ਼ ਵਿੱਚੋਂ ਫੁੱਲਾਂ ਦੀ ਵਰਖਾ ਹੋਈ। ਰਾਜੇ ਨੇ ਸੋਚਿਆ ਕਿ ਬ੍ਰਾਹਮਣ ਇਹਨੂੰ ਤੰਗ ਕਰ ਰਹੇ ਨੇ, ਇਹ ਬ੍ਰਾਹਮਣਾਂ ਦੇ ਸਿਰ ਚੜ ਕੇ ਮਰ ਚੱਲਿਆ ਹੈ। ਛੇਤੀ ਨਾਲ ਰਾਜਾ ਦੌੜ ਕੇ ਆ ਕਰਕੇ ਬਾਹ ਫੜ ਲਈ। ਤੋ ਰਾਜਾ ਕਹਿਣ ਲੱਗਾ ਇਹ ਕੀ ਕਰਨ ਲੱਗੇ ਹੋ, ਇਹਨਾਂ ਦੇ ਸਿਰ ਚੜ ਕੇ ਮਰ ਚੱਲਿਆ, ਬ੍ਰਾਹਮਣਾਂ ਦੇ ਸਿਰ ਚੜ ਕੇ। ਨਾਗਰ ਮੱਲ ਰਵਿਦਾਸ ਨੂੰ ਕਹਿਣ ਲੱਗਾ ਕਾਚੂ ਮਾਰ ਕੇ ਦੱਸ ਕੀ ਕਰਨ ਲੱਗਾ, ਮੈਨੂੰ ਜਾਪਦਾ ਮੇਰੀ ਕਚਹਿਰੀ ਅੰਦਰ ਤੂੰ ਤਾਂ ਬ੍ਰਾਹਮਣਾਂ ਦੇ ਸਿਰ ਚੜਨ ਲੱਗਾ। ਰਵਿਦਾਸ ਜੀ ਨੇ ਪਤਾ ਜਵਾਬ ਕੀ ਦਿੱਤਾ ਸੀ, ਬਾਬੇ ਸੋਚ ਵਿਚਾਰ ਜਵਾਬ ਦਿੱਤਾ, ਮੈਂ ਬੂਟਾ ਅੱਜ ਰਵਿਦਾਸੀਆ ਲਾਣ ਲੱਗਾ, ਮੈਨੂੰ ਹਿਰਸ ਕਮਲਾਏ ਨਾ ਜੁਗ ਚਾਰੇ, ਪਾਣੀ ਖੂਨ ਦਾ ਜੜਾ ਤੇ ਪਾਣ ਲੱਗਾ। ਜਵਾਬ ਦਿੱਤਾ, ਆਖਿਆ ਆ ਕਰਨ ਲੱਗਾ, ਆਪਣੇ ਖੂਨ ਦਾ ਪਾਣੀ ਇੱਕ ਰਵਿਦਾਸੀਆਂ ਦਾ ਬੂਟਾ ਲਗਾ ਕੇ ਦੁਨੀਆ ਵਿੱਚ ਮੇਰੇ ਨਾਂ ਦੇ ਨਾਲ ਇੱਕ ਕੌਮ ਦਾ ਨਾਂ ਗਿਣਿਆ ਜਾਏਗਾ, ਔਰ ਮੈਂ ਇੱਕ ਰਵਿਦਾਸੀਆ ਜਾਤੀ ਦਾ ਬੂਟਾ ਲਗਾ ਕਰਕੇ ਉਸ ਦੀਆਂ ਜੜ੍ਹਾਂ ਉੱਤੇ ਆਪਣੇ ਖੂਨ ਦਾ ਪਾਣੀ ਪਾਉਣ ਲੱਗਾ। ਇਹ ਬੂਟਾ ਕਦੇ ਕਮਲਾਏਗਾ ਨਹੀਂ, ਹਮੇਸ਼ਾ ਹਰਿਆ ਭਰਿਆ ਰਹੇਗਾ। ਨਾਗਰ ਮੱਲ ਰਵਿਦਾਸ ਨੂੰ ਕਹਿਣ ਲੱਗਾ ਕਾਚੂ ਮਾਰ ਕੇ ਦੱਸ ਕੀ ਕਰਨ ਲੱਗਾ, ਮੈਨੂੰ ਜਾਪਦਾ ਮੇਰੀ ਕਚਹਿਰੀ ਅੰਦਰ ਤੂੰ ਤਾਂ ਬ੍ਰਾਹਮਣਾਂ ਦੇ ਸਿਰ ਚੜਨ ਲੱਗਾ। ਪਰ ਬਾਬੇ ਸੋਚ ਵਿਚਾਰ ਜਵਾਬ ਦਿੱਤਾ, ਬੂਟਾ ਅੱਜ ਰਵਿਦਾਸੀਆ ਲਾਣ ਲੱਗਾ, ਮੈਨੂੰ ਹਿਰਸ ਕਮਲਾਏ ਨਾ ਜੁਗ ਚਾਰੇ, ਪਾਣੀ ਖੂਨ ਦਾ ਜੜਾ ਤੇ ਪਾਣ ਲੱਗਾ। ਮੋਢਾ ਚੀਰ ਦਿੱਤਾ। ਧੰਨ ਰਵਿਦਾਸ ਤੇਰੀ ਵਡਿਆਈ, 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 ਧੰਨ ਰਵਿਦਾਸ ਤੇਰੀ ਵਡਿਆਈ। ਸੋ ਇਸ ਵਾਸਤੇ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਸੌਂ ਨਾ ਜਾਓ, ਇਸ ਵਾਸਤੇ ਤੁਹਾਨੂੰ ਬੁਲਾ ਲੈਂਦੇ ਆ ਕਿ ਸੌਂ ਨਾ ਜਾਓ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਸ ਵਕਤ ਮੋਢਾ ਚੀਰਿਆ ਲਿਖਿਆ ਹੈ, ਮੋਢਾ ਪਾੜ ਦਿੱਤਾ ਨਹੀਂ ਉਹ ਢੇਰ ਲਾਈ ਹੈ, ਸਾਰੀ ਸਫਾ ਵਿੱਚ ਮੱਚ ਗਈ ਦਵਾਈ ਹੈ, ਸਾਰਿਆਂ ਦੀ ਅੱਖਾਂ ਵਿੱਚੋਂ ਜਾਵੇ ਨੀਰ ਜੀ, ਜਿੰਨੀ ਸਫਾ ਬੈਠੀ ਕੰਬ ਗਏ ਸਰੀਰ ਜੀ। ਮਹਾਰਾਜ ਨੇ ਮੋਢਾ ਚੀਰਿਆ,
ਸਾਰਿਆਂ ਦੀਆਂ ਅੱਖਾਂ ਵਿੱਚੋਂ ਆਂਸੂ ਵਹਿ ਰਹੇ ਸੀ। ਕਿਉਂ? ਪਿਆਰ ਜਾਗਿਆ ਕਿ ਇਹ ਕੋਈ ਅਨੋਖੀ ਹਸਤੀ ਹੈ ਜਿਸਨੇ ਕਿ ਆਪਣਾ ਮੋਢਾ ਚੀਰ ਕੇ ਸਭ ਦੀਆਂ ਅੱਖਾਂ ਵਿੱਚੋਂ ਅਵਸਥਾ ਵੇਖ ਕਰਕੇ ਮਹਾਰਾਜ ਦੀ ਸਾਰਿਆਂ ਦੀ ਅੱਖਾਂ ਵਿੱਚੋਂ ਨੀਰ ਵਹਿਣਾ ਸ਼ੁਰੂ ਹੋ ਗਿਆ। ਕਿਉਂਕਿ ਜਦ ਵੀ ਕਿਸੇ ਨੂੰ ਵਿਰਾਗ ਆਉਂਦਾ ਹੈ, ਮਹਾਰਾਜ ਕਹਿੰਦਾ ਕਿ ਇਨਸਾਨ ਕੁਛ ਕਰ, ਕਿਆ ਕਰ? ਵਿਚਾਰ ਕਰ। ਅੱਖਾਂ ਦੇ ਵਿੱਚੋਂ ਨੀਰ ਸਾਰਿਆਂ ਦੀ ਜਾਣ ਲੱਗ ਗਿਆ ਤਾਂ ਪ੍ਰਾਰਥਨਾ ਕਰਨ ਲੱਗੇ, ਸੱਚਿਆ ਪਾਤਸ਼ਾਹ ਇਹਦੀ ਲਾਜ ਰੱਖ। ਅਨੋਖਾ ਕੌਤਕ ਵੇਖ ਕਰਕੇ ਮੋਢਾ ਪਾੜ ਦਿੱਤਾ, ਨਹੀਂ ਉਹ ਢੇਰ ਲਾਈ ਹੈ। ਸਾਰੀ ਸਭਾ ਵਿੱਚ ਮਚ ਗਈ ਦੁਹਾਈ ਹੈ, ਸਾਰਿਆਂ ਦੀ ਅੱਖਾਂ ਵਿੱਚੋਂ ਜਾਵੇ ਨੀਰ ਜੀ। ਜਿੰਨੀ ਸਭਾ ਬੈਠੀ ਕੰਬ ਗਏ ਸਰੀਰ ਜੀ, ਹੋ ਗਏ ਹੈਰਾਨ ਸਾਰੇ ਬੈਠੇ ਲੋਕ ਜੀ। ਸਾਰੀ ਸਭਾ ਲੱਗੀ ਜੋ ਕਰਨ ਸੋਗ ਜੀ, ਸਾਰਿਆਂ ਨੇ ਟੇਕ ਪ੍ਰਭੂ ਕੀ ਨੀ ਲਾਈ ਹੈ। ਸਾਰੀ ਸਭਾ ਵਿੱਚ ਮਚ ਗਈ ਦੁਹਾਈ ਹੈ, ਸਾਰੇ ਜੋ ਕਹੇ ਪ੍ਰਭੂ ਰੱਖ ਲਾਜ ਨੂੰ। ਆਣ ਕੇ ਭਗਤ ਦੇ ਸਵਾਰੀ ਕਾਜ ਨੂੰ, ਕੰਬ ਗਿਓ ਆਕਾਸ਼ ਜਾਣ ਲਿਓ ਅਖੀਰ ਜੀ। ਜਿੰਨੀ ਸਭਾ ਬੈਠੀ ਕੰਬ ਗਏ ਸਰੀਰ ਜੀ, ਉੱਤੋਂ ਆਕਾਸ਼ ਕੰਬਿਆ, ਧਰਤੀ ਕੰਬੀ। ਤਾਂ ਕੌਤਕ ਰਚਿਆ ਔਰ ਇੰਦਰ ਦੇਵਤੇ ਨੇ ਸ਼ੁਕਰ ਮਨਾਇਆ ਕਿ ਮੈਨੂੰ ਸਿੰਘਾਸਣ ਮੁੜ ਕੇ ਮਿਲਿਆ। ਕੌਤਕ ਦੇ ਕੇ ਉੱਤੋਂ ਫੁੱਲਾਂ ਦੀ ਵਰਖਾ ਕਰ ਰਿਹਾ ਹੈ। ਇੰਦਰ ਦੀਆਂ ਪਰੀਆਂ ਨੇ, ਦੇਵਤਿਆਂ ਨੇ ਉੱਤੇ ਫੁੱਲਾਂ ਦੀ ਵਰਖਾ ਕੀਤੀ। ਆਓ, ਇੰਦਰ ਜੇ ਦੇਵਤਿਆਂ ਨੇ ਫੁੱਲ ਬਰਸਾ ਲਏ ਨੇ, ਇੰਦਰ ਜੈ ਦੇਵਤਿਆਂ ਨੇ ਇੰਦਰ ਬਰਸਾ ਲਏ ਨੇ, ਇੰਦਰ ਜੈ ਦੇਵਤਿਆਂ ਨੇ ਫੁੱਲ 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 ਬਰਸਾ ਲਏ ਨੇ, ਇੰਦਰ ਜੈ ਦੇਵਤਿਆਂ ਨੇ। ਇੰਦਰ ਜੈ ਦੇਵਤਿਆਂ ਨੇ ਉੱਤੇ ਮਹਾਰਾਜ ਦੇ ਫੁੱਲਾਂ ਦੀ ਵਰਖਾ ਕੀਤੀ। ਔਰ ਇੰਦਰ ਦੀਆਂ ਅਪਛਰਾਂ ਨੇ ਬਹਿ ਕਰਕੇ ਕੀ ਕੀਤਾ? ਇੰਦਰ ਦੀਆਂ ਪਰੀਆਂ ਬਹਿ ਕੇ ਸੋਹਲੇ ਅੱਜ ਗਾਲੇ ਨੇ, ਇੰਦਰ ਦੀਆਂ ਪਰੀਆਂ ਬਹਿ ਕੇ ਸੋਹਲੇ ਅੱਜ ਗਾਲੇ ਨੇ, ਇੰਦਰ ਦੀਆਂ ਪਰੀਆਂ ਬਹਿ ਕੇ ਸੋਹਲੇ ਅੱਜ ਗਾਲੇ ਨੇ, ਇੰਦਰ ਦੀਆਂ ਪਰੀਆਂ ਬਹਿ ਕੇ ਸੋਹਲੇ ਅੱਜ ਗਾਲੇ ਨੇ, ਇੰਦਰ ਦੀਆਂ ਪਰੀਆਂ ਬਹਿ ਕੇ ਸੋਹਲੇ ਅੱਜ ਗਾਲੇ ਨੇ, ਇੰਦਰ ਦੀਆਂ ਪਰੀਆਂ ਬਹਿ ਕੇ ਸੋਹਲੇ ਅੱਜ ਗਾਲੇ ਨੇ, ਇੰਦਰ ਦੀਆਂ ਪਰੀਆਂ ਬਹਿ ਕੇ ਸੋਹਲੇ ਅੱਜ ਗਾਲੇ ਨੇ, ਇੰਦਰ ਦੀਆਂ ਪਰੀਆਂ ਬਹਿ ਕੇ ਸੋਹਲੇ ਅੱਜ ਗਾਲੇ ਨੇ, ਇੰਦਰ ਦੀਆਂ ਪਰੀਆਂ ਬਹਿ ਕੇ। ਉੱਤੋਂ ਫੁੱਲਾਂ ਦੀ ਵਰਖਾ ਹੋਈ, ਕੰਬ ਗਿਓ ਆਕਾਸ਼ ਜਾਣ ਲਿਓ ਅਖੀਰ ਜੀ। ਜਿੰਨੀ ਸਭਾ ਬੈਠੀ ਕੰਬ ਗਏ ਸਰੀਰ ਜੀ। ਪਹਿਲਾ ਸਤ ਯੁੱਗ ਦਾ ਜੋ ਸੋਨੇ ਦਾ ਦਿਖਾਇਆ ਜੰਨੂ, ਦੇਖ ਕੇ ਜੋ ਸਭਾ ਸਾਰੀ ਮੰਨ ਗਈ ਹੋਏ ਕਿ ਹੈਰਾਨ ਜੀ। ਆ ਦੂਆ ਜੋ ਦੁਆਪਰ ਦਾ ਚਾਂਦੀ ਦਾ ਦਿਖਾਇਆ ਕੱਢ, ਸਾਰੀ ਸਭਾ ਨੇ ਜੋ ਫੇਰ ਕੀਤਾ ਪ੍ਰਵਾਨ ਜੀ। ਤੀਆ ਜੋ ਤ੍ਰੇਤੇ ਦਾ ਉਹ ਤਾਂਬੇ ਦਾ ਵਿਖਾਲ ਦਿੱਤਾ, ਆ ਤਿੰਨੇ ਦਿੱਤੇ ਰੱਖ ਸਾਰਾ ਵੇਖਦਾ ਜਹਾਨ ਜੀ। ਆ ਚੌਥਾ ਕਲੂਕਾਲ ਦਾ ਉਹ ਧਾਗੇ ਦਾ ਵਿਖਾਲ ਦਿੱਤਾ। ਕਿ ਪੂਰਨਦਾਸ ਲੋਕ ਹੋ ਗਏ ਜੋ ਹੈਰਾਨ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਸ ਵੇਲੇ ਚਾਰ ਯੁੱਗ ਦੇ ਚਾਰੇ ਜੰਨੂ ਰੱਖੇ ਕੱਢ ਕੇ ਬਾਅਦ ਤਾਂ ਮਹਾਰਾਜ ਨੇ ਆਖਿਆ, ਰਾਜਾ ਸੁਣ ਸੁਣ ਸੁਣ। ਆਖੇ ਰਾਜਾ
सतयुग के अंदर मैं न्यारे न्यारे जइयों क्यों रखे ने, इस वास्ते रखे ने राजा नागरमल सुन। सतयुग के अंदर दुनिया विच सोने जिन्ना सच सी, द्वापर विच चांदी जिन्ना सच सी, त्रेता विच तांबे जिन्ना सच सी दुनिया च, हुण इस वेले धागे जिन्ना सच दुनिया च रह गया। चार युग का ज्ञान जिहड़ा सी चौं जंजुआं दे अंदर लुका करके रखिया। आख्या राजन फिर इस दुनिया के अंदर मैं एक सच का ढंडोरा लैके संसार विच आया हाँ, मालक की तरफों चौथी बार आया हाँ। और फिर दुनिया के अंदर उस मालक के नाम का प्रचार करना है। चारे जंजू जिसले राजे ने देखे, संघासन छड़ के गुरु महाराज के चरणों से नमस्कार करके तो अर्ज करता है, बेनती करता है, सच्चा पातशाह मैनू अपने चरणों नाल लगा लै, अपने चरणों नाल लगा लै, मेहर कर दे मेरे उत्ते, आ राज भाग संभाल लै, मैनू कुछ लोड़ नहीं रहेगी। तो गुरु महाराज ने कहे, नागरमल राजा गुरु रविदास ताई तू है मेरा गुरु, मैनू चरनी लगावी, तू तख्त उत्ते बैठ राज करो, तुसी मौज नाल रहो मेरे पास, ना कदे भी ते जावी, तू जग दा सुहाग मौज करांगे जरूर आपां, रहो मेरे कोल मेरा यज्ञ करवावी, तू के पूरनदास सदा दिया संसार विच, आखदे ने सारे हाल अगला सुनावी। राजे ने बेनती की, महाराज मैं गुरु धारण करना चाहना हाँ और एक भंडारा करना चाहना हाँ, आप मेरे पास ठहरो। तो महाराज ने बेनती कबूल की थी, तो भंडारा शुरू हो गया। ढंडोरे फिर गए कि राजा गुरु धारण कर रहा है और बहुत बड़ा एक भंडारा कर रहा है। राजे महाराजे बुलाए गए, विद्वान बुलाए गए, सब दुनिया एकत्र हुई, भंडारा शुरू होया। तो रविदास जी महाराज का संघासन जिसले विचकार बनया होया सी, तो सब लोगों उच्च जाति दियां लोगों ने इतराज किया कि जिन्ना चिर वेचे बैठणगे असां रोटी नहीं खानी। लिखिया आरंभ जग दा करया भूप ने, खलकत चल चल आइयो जी, उसे सवा रविदास गुरु का आसन दिया कराइयो जी, देह गुरां नूं विपर कहिंदे हन ना कोई भी खायो जी। विपरा ने फिर राजा सद्या, सारा हाल सुनायो जी, कहिंदे रविदास भगत नूं लै जाओ उठा के किते पर्दे विच बिठायो जी। उस वेले इन्हां ने राजे नूं सद्या, आख्या महाराज जिन्ना चिर चमियार विच बैठा उन्ना चिर असां लंगर नहीं छकना, इन्हां नूं उठा के लै जाओ किते पर्दे विच बिठा दिओ, फिर असीं लंगर छकांगे, नहीं तां लंगर नहीं छकना। तो रविदास जी महाराज को बेनती की राजे ने कि महाराज ये वहमी लोग ने, आप जरा अंदर चले चलो ताकि ये लंगर छड़ के ना दौड़ जान। ते महाराज ने कहा, अच्छा राजा तू इन्हां नूं लंगर पहला छका लै, असीं बाद में छक लवांगे, चलो असीं अंदर बैठ जाने हैं। पर जिस वेले महाराज अंदर जाके बैठ गए तो राजे ने नमस्कार की, ता ध्यान किया ते गुरु महाराज मुस्करा रहे सन। जिस वेले मुस्कराए किस वास्ते, महाराज ने ऐसी दृष्टि बदल दी उन्होंने लोगों की, जां हत्थां विच थालियां हैं पतला हैं, पर जब देखते ने तो उपर चाननियां भी ऐं भास रही ने, सब चमड़े दियां ने, दरियां भी वेखण ते चमड़े दियां जाप रही ने सारी। हुण कहिंदे हुण किधर जाइए, ये की बनिया। ऐसी दृष्टि बदल दी महाराज ने। उस कौतक नूं वेख के खुद महाराज मुस्कुरा रहे सन भी इन्हां हुणे सोचना भी हुण किधर जाइए। पर घड़ी दे मगरों पहला ही रूप दिखा करके फिर गुरु महाराज ने अनेक रूप धारण किए। हर एक दे नाल बह करके एक एक दे नाल भोजन छक रहे ने, पर अपना अपना हर एक नूं नहीं दिस रहा। मैं कहना भाई तेरे नाल खांदा पिया, इधर नूं कहना तेरे नाल भी खांदा ही, वो कहना तेरे नाल भी खांदा ही, अपना अपना सब नूं नहीं दिस रहा। हैरान हो गए ये की बने। तो महाराज ने अनेक रूप धारण करके
ਛੂਆ-ਛੂਤ ਦਾ ਰੁੱਖ ਜਿਹੜਾ ਸੀ ਉਸ ਨੂੰ ਕੱਟਿਆ, ਭਰਮ ਨਿਵਰਤ ਕੀਤਾ। ਲਿਖਿਆ ਰਵਿਦਾਸ ਗੁਰਾਂ ਕੋ ਲੈ ਗਿਆ ਰਾਜਾ, ਪਰਦੇ ਵਿੱਚ ਬਿਠਾਇਓ ਜੀ, ਸ਼ਾਹੇਵਾਨ ਸਭ ਚੰਬੜੇ ਹੋ ਗਏ, ਚੰਬੜੇ ਹੇਠ ਬਿਠਾਇਓ ਜੀ। ਇੱਕ ਕੜੀ ਦੇ ਮਗਰੋਂ ਗੁਰਾਂ ਨੇ ਪਹਿਲਾ ਰੂਪ ਦਿਖਾਇਓ ਜੀ, ਫਿਰ ਦੂਏ ਨਾਲ ਖਾਂਦਾ ਦਿਸੇ ਦੂਏ ਨੂੰ, ਆਪਣਾ ਨਾਂ ਦਸਾਇਓ ਜੀ। ਆ ਲੋਕ ਕਰਾਂ ਨੂੰ ਖਾ ਖਾ ਜਾਂਦੇ, ਜੈ ਜੈਕਾਰ ਬੁਲਾਇਓ ਜੀ। ਪੂਰਨਦਾਸਾ ਸਤਿਗੁਰ ਉੱਠ ਕੇ ਆਪਣੇ ਘਰ ਨੂੰ ਆਇਓ ਜੀ। ਸਤਿਗੁਰ ਇਹ ਕੌਤਕ ਕਰਕੇ ਆਪਣੇ ਗ੍ਰਹਿ ਵਿਖੇ ਆ ਜਾਂਦੇ ਹਨ। ਘਰ ਆ ਕੇ ਸਤਿਗੁਰਾਂ ਦੱਸਿਆ ਸਾਰਾ ਹਾਲ, ਆਉਂਦੇ ਲਾ ਕੇ ਬਰਤ ਨੂੰ ਕੁਝ ਗੁਜਰੀ ਹੈ ਨਾਲ। ਇੱਕ ਦਿਨ ਦੀ ਜੋ ਵਾਰਤਾ ਸੁਣੋ ਲਗਾ ਕਰ ਧਿਆਨ, ਭਾਈ ਕੁੰਭ ਗੰਗਾ ਦਾ ਆ ਗਿਆ ਲੋਕ ਨਹਾਉਣ ਨੂੰ ਜਾਣ। ਗੁਰੂ ਪਿਆਰੀ ਸਾਧ ਸੰਗਤ, ਬਹੁਤ ਵਾਰ ਤੁਸਾਂ ਦਮੜੀ ਦਾ ਪ੍ਰਸੰਗ ਸੁਣਿਆ ਹੈ, ਬਹੁਤ ਵਾਰ ਤੁਸਾਂ ਮਹਾਰਾਜ ਦੇ ਐਸੇ ਕੌਤਕ ਜੰਜੂਆਂ ਦੇ ਸੁਣੇ ਨੇ। ਪਰ ਇੱਕ ਦਿਨ ਐਸਾ ਆਇਆ ਕਿ ਰਵਿਦਾਸ ਜੀ ਮਹਾਰਾਜ ਆਪਣੇ ਬੈਠੇ ਸਨ, ਵਿਹਾਰ ਕਰ ਰਹੇ ਸਨ ਮੈਦਾਗਣ ਚੌਂਕ ਦੇ ਅੰਦਰ, ਜਿੱਥੇ ਉਹ ਆਪਣਾ ਕੰਮ ਕਾਜ ਕਰਦੇ ਸਨ, ਜੋੜੇ ਬਣਾਉਂਦੇ ਔਰ ਗਣਦੇ ਸਨ। ਔਰ ਮੈਦਾਗਣ ਚੌਂਕ ਦੇ ਅੰਦਰ ਬੈਠਿਆ ਹੋਇਆ ਗੰਗਾ ਨੇ ਇੱਕ ਲੜਕੀ ਦਾ ਰੂਪ ਧਾਰਨ ਕਰਕੇ ਜੋ ਉੱਥੇ ਸਾਧ ਸੰਗਤ ਬੈਠੀ ਸੀ, ਉਹ ਸਾਧ ਸੰਗਤ ਦੇ ਜੋੜੇ ਝਾੜ ਰਹੀ ਸੀ, ਸਾਧ ਸੰਗਤ ਦੀ ਸੇਵਾ ਕਰ ਰਹੀ ਸੀ। ਉਸ ਲੜਕੀ ਦਾ ਸਰੂਪ ਦੇਖ ਕਰਕੇ, ਗੰਗਾ ਦਾ ਸਰੂਪ ਦੇਖ ਕਰਕੇ ਇੱਕ ਚੁਗਲਖੋਰ ਨੇ ਜਾ ਕਰਕੇ ਰਾਜੇ ਵਿਜਾਪਾਲ ਦੇ ਪਾਸ ਜਾ ਕਰਕੇ ਸ਼ਿਕਾਇਤ ਕੀਤੀ। ਰਾਜੇ ਵਿਜਾਪਾਲ ਦੇ ਪਾਸ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਰਾਜਾ, ਉਹ ਚਮਿਆਰ ਜਿਸ ਨੂੰ ਲੋਕ ਭਗਤ ਕਹਿੰਦੇ ਨੇ, ਜਿਹੜਾ ਸੁਸੰਗ ਕਰਦਾ ਹੈ, ਜੋ ਕੌਤਕ ਵੀ ਕਰਦਾ ਹੈ, ਦਿਖਾਉਂਦਾ ਲੋਕਾਂ ਨੂੰ ਬੜੇ, ਪਰ ਮਹਾਰਾਜ ਉਸ ਦੇ ਡੇਰੇ ਵਿੱਚ ਇੱਕ ਐਸੀ ਨੌਜਵਾਨ ਲੜਕੀ ਜੋ ਕਿ ਅਪਛਰਾ ਦਾ ਰੂਪ ਹੈ, ਮਹਾਰਾਜ ਰਾਜਾ ਉਹ ਤਾਂ ਤੇਰੇ ਮਹੱਲਾਂ ਦੇ ਵਿੱਚ ਰਹਿਣ ਦੇ ਕਾਬਲ ਹੈ। ਸ਼ਿਕਾਇਤ ਕਰ ਸ਼ਿਕਾਇਤ ਕੀਤੀ। ਜਿਸ ਵੇਲੇ ਰਾਜੇ ਨੇ ਉਸੇ ਵੇਲੇ ਆਦਮੀ ਨੂੰ ਭੇਜਿਆ ਕਿ ਜਾ ਦੇਖ ਕੇ ਆ। ਇੱਕ ਰਾਜੇ ਦੇ ਭੇਜਣ ਤੇ ਆਦਮੀ ਆ ਕਰਕੇ ਦੇਖ ਗਿਆ। ਉਸ ਵੀ ਜਾ ਕਰਕੇ ਰਾਜੇ ਦੇ ਕੰਨ ਭਰੇ ਕਿ ਠੀਕ ਰਾਜਾ, ਉਹ ਜੋ ਲੜਕੀ ਉੱਥੇ ਸੇਵਾ ਕਰ ਰਹੀ ਹੈ ਰਵਿਦਾਸ ਦੇ ਡੇਰੇ ਵਿੱਚ, ਉਹ ਤਾਂ ਆਪਦੇ ਮਹੱਲਾਂ ਦੇ ਰਹਿਣ ਦੇ ਕਾਬਲ ਹੈ, ਨਹੀਂ ਤਾਂ ਰਾਜਾ ਖੁਦ ਆਪ ਜਾ ਕੇ ਦੇਖ। ਸੁਣ ਕੇ ਰਾਜਾ ਬੈਠ ਕਰਕੇ ਆਪਣੇ रथ उत्ते रविदास जी के पास आया तो रविदास जी महाराज के पास आके क्या, भगत जी ये जो लड़की आप दे इत्थे सेवा कर रही है, ये लड़की साडे महल्ला विच पहुंचा दियो, अगर तुसी ना पहुंचाओगे असी जबरदस्ती ये लड़की लै जावांगे। रविदास जी महाराज उस वेले मुस्कुराए, सोचन लगे कि मूर्ख राजा किस पासे ध्यान दे रहा है, इनू पता ही नहीं ये कौन है। तो उस वक्त महाराज ने गंगा वाल ध्यान किया, गंगा ने हाथ जोड़े, महाराज जैसे आपका हुक्म होवे, जैसे आपका हुक्म होवे। चंगा महाराज कहन लगे, राजा तू जबरदस्ती क्यों खड़नी है, तू इतना कर भाई बरात लैके आ, तेनू असी ब्याह देने आए, ब्याह देने। अच्छा, राजा बड़ा खुश होया कि चलो मैं अपनी रानी बनावांगा। खुश होके आख्या फिर किन्ने दिनों बरात आवे, आख्या जदों तेरी मर्जी है लैके आ जा बरात, पर एक काम करी परिवार सारा ही लैके आवी बराते है, होर भी अपना कोई नजदीकी जड़े ने बराते लैके आवी। बरात 8 दिन के बाद बरात आई, बरात बाहर आके ठहर जाती है। उस वक्त मेरे शहनशाह रविदास जी ने कि महाराज ने ऐस रुख
ਆਪਣੇ ਕੁੰਡੇ ਵਿੱਚੋਂ, ਬਹੁਤ ਥਾਵਾਂ ਤੁਸੀਂ ਤਸਵੀਰਾਂ 'ਚ ਦੇਖਿਆ ਕਿ ਕੁੰਡੇ ਵਿੱਚੋਂ ਗੰਗਾ ਦਾ ਸਰੂਪ ਪ੍ਰਗਟ, ਤਸਵੀਰਾਂ ਬਣੀਆਂ ਹੋਈਆਂ। ਆਖਿਆ ਇੱਥੇ ਸਮਾਇਵਾਨ ਹੋ ਜਾ, ਸਮਾਇਵਾਨ ਹੋ ਗਈ। ਔਰ ਉੱਥੋਂ ਐਸਾ ਇੱਕ ਦਰਿਆ ਦਾ ਵਹਿਲ ਰੂਪ ਧਾਰਨ ਕਰ ਗਈ, ਜਿੱਥੇ ਬਰਾਤ ਬੈਠੀ ਸੀ ਇੰਨਾ ਹੜ ਆਇਆ ਕਿ ਸਾਰੀ ਬਰਾਤ ਰੋੜ ਕੇ ਮਾਰ ਦਿੱਤੀ, ਕਿਉਂਕਿ ਉਹ ਗੰਗਾ ਸੀ, ਪਾਣੀ ਸੀ। ਪਰ ਕੀ ਹੋਇਆ, ਉਸ ਤੋਂ 18 ਸਾਲ ਪਹਿਲਾਂ, ਬਰਾਤ ਰੁੜਨ ਤੋਂ 18 ਸਾਲ ਪਹਿਲਾਂ, ਮਹਾਰਾਜ ਦੇ ਡੇਰੇ ਉੱਤੇ 2 ਜੀ ਆਏ। ਉਹਨਾਂ ਆਣ ਕੇ ਨਮਸਕਾਰ ਕੀਤੀ ਸੀ 18 ਸਾਲ ਪਹਿਲਾਂ। ਨਮਸਕਾਰ ਕਰਕੇ ਬੈਠ ਗਏ। ਮਹਾਰਾਜ ਆਪਣੇ ਧਿਆਨ ਵਿੱਚ ਵਿਹਾਰ ਕਰ ਰਹੇ ਸਨ, ਜੋੜੇ ਗੰਢ ਰਹੇ ਸਨ। ਜੋੜੇ ਹੀ ਨਹੀਂ ਸਨ ਗੰਢ ਰਹੇ, ਸਾਡੇ ਟੁੱਟੇ ਹੋਇਆ ਨਸੀਬਾਂ ਨੂੰ ਗੰਢ ਰਹੇ ਸਨ। ਤੋ ਜੋੜੇ ਨੇ ਨਮਸਕਾਰ ਕੀਤੀ। ਤੋ ਸਹਿਜ ਸੁਭਾਅ ਮੇਰੇ ਸ਼ਹਿਨਸ਼ਾਹ ਪੁੱਛਿਆ, ਆਓ ਭਾਈ, ਤੁਹਾਡਾ ਕੀ ਨਾਮ ਹੈ? ਕੋਈ ਸੇਵਾ ਦੱਸੋ ਭਾਈ, ਤੁਹਾਡਾ ਨਾਮ ਕੀ ਹੈ? ਜਲ ਪਾਣੀ ਪੁੱਛ ਕੇ ਮਹਾਰਾਜ ਨੇ ਜਿਸ ਵੇਲੇ ਨਾਮ ਪੁੱਛਿਆ, ਉਹ ਕਹਿੰਦਾ ਆਦਮੀ, ਮਹਾਰਾਜ ਮੇਰਾ ਨਾਮ ਮੰਗਤਾ ਹੈ ਔਰ ਮੇਰੀ ਧਰਮ ਪਤਨੀ ਦਾ ਨਾਮ ਮੰਗਤੀ ਹੈ। ਮੇਰੇ ਸ਼ਹਿਨਸ਼ਾਹ ਹੱਸ ਕੇ ਕਹਿਣ ਲੱਗੇ, ਵਾਹ, ਉਹ ਮੰਗਤਾ ਮੰਗਤੀ ਦੋਏ, ਤੁਸੀਂ ਕੀ ਮੰਗਣ ਆਏ ਹੋ? ਇਹਨਾਂ ਝੱਟ ਝੋਲੀਆਂ ਦੋਵਾਂ ਜੀਆਂ ਡਾਹ ਦਿੱਤੀਆਂ। ਸੱਚਿਆ ਪਾਤਸ਼ਾਹ, ਅਸੀਂ ਦੁਨੀਆ ਚੋਂ ਬੇ ਔਲਾਦ ਜਾ ਰਹੇ ਹਾਂ, ਸਾਡੇ ਔਲਾਦ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਲੈ ਤੁਸੀਂ ਸੱਚੀ ਮੁੱਚੀ ਮੰਗਤ ਨਿਕਲੇ ਹੋ ਭਾਈ, ਤੁਸੀਂ ਅੱਗੇ ਜਾਓ, ਕਿ ਮਾਲਕ ਦੇ ਘਰ ਕੋਈ ਕਮੀ ਨਹੀਂ, ਬੰਦਗੀ ਕਰਿਆ ਕਰੋ, ਭਜਨ ਕਰਿਆ ਕਰੋ। ਠੀਕ ਮਹਾਰਾਜ ਦੇ ਵਾਰ ਨਾਲ ਉਹਨਾਂ ਦੇ ਘਰ ਪਿਛਲੀ ਉਮਰੇ ਇੱਕ ਲੜਕਾ ਪੈਦਾ ਹੋਇਆ। ਉਸ ਲੜਕੇ ਦਾ ਨਾਮ ਰੱਖਿਆ ਜੀਵਨ ਦਾਸ, ਕਿ ਸਾਡਾ ਵੀ ਦੁਨੀਆ ਵਿੱਚ ਜੀਵਨ ਬਣ ਗਿਆ ਹੈ। ਉਹ ਜੀਵਨ ਦਾਸ 18 ਸਾਲ ਦੀ ਉਮਰ ਦਾ ਹੋ ਚੁੱਕਾ ਸੀ। ਕੁਦਰਤੀ ਤੌਰ ਤੇ ਜਿਸ ਵੇਲੇ ਬਰਾਤ ਰੁੜੀ, ਉਹ ਜੀਵਨ ਦਾਸ ਵੀ ਅਗਲੇ ਪਾਸੇ ਕਿਤੇ ਰੁੜ ਕੇ ਮਰ ਗਿਆ। ਜੀਵਨ ਦਾਸ ਵੀ ਰੁੜ ਕੇ ਵਿੱਚ ਹੀ ਮਰ ਗਿਆ ਸੀ। ਲਿਖਿਆ ਹੈ, ਜੀਵਨ ਦਾਸ ਇਕਲੌਤਾ ਸੀ ਮਾਪਿਆਂ ਦਾ, ਉਹ ਵੀ ਵਿੱਚ ਪਾਣੀ ਰੁੜਦਾ ਜਾ ਰਿਹਾ ਸੀ। ਡੂੰਘਾ ਪਾਣੀ ਨਾ ਲੱਗਦੀ ਹੱਥ ਜਿੱਥੇ, ਘੜੀ ਮੁੜੀ ਗੋਤੇ ਉੱਥੇ ਖਾ ਰਿਹਾ ਸੀ। ਐਸਾ ਪਾਣੀ ਨੇ ਆਣ ਦਬੇਲ ਕੀਤਾ, ਐਸਾ ਪਾਣੀ ਨੇ ਆਣ ਦਬੇਲ ਕੀਤਾ। ਜੀਵਨ ਵਾਸਤੇ ਉਹ ਤਰਸਾ ਰਿਹਾ ਸੀ, ਪਰ ਪਾਣੀ ਵਿੱਚ ਰੁੜਦੀ ਉਹਦੀ ਲਾਸ਼ ਰਹਿ ਗਈ। ਜੀਵਨ ਜਮਾਂ ਦੀ ਮਾਰ ਨੂੰ ਖਾ ਰਿਹਾ ਸੀ, ਅਖੀਰ ਮਰ ਗਿਆ ਰੁੜ ਕੇ ਵਿਚਾਰਾ। ਰੁੜਦੀ ਰੁੜਦੀ ਉਹਦੀ ਲਾਸ਼ ਜਿਹੜੀ ਸੀ, ਦੂਰ ਜਾ ਕਰਕੇ ਬਰੇਤੇ ਵਿੱਚ ਇੱਕ ਪਾਸੇ ਲੱਗ ਜਾਂਦੀ। ਮਾਪਿਆਂ ਨੂੰ ਪਤਾ ਲੱਗ ਗਿਆ ਕਿ ਸਾਡਾ ਜੀਵਨ ਦਾਸ ਅੱਜ ਖਤਮ ਹੋ ਗਿਆ। ਮਾਪੇ ਢੂੰਡਦੇ ਲਾਸ਼ ਕੋਲ ਪਹੁੰਚਦੇ ਨੇ। ਮੇਰੇ ਸ਼ਹਿਨਸ਼ਾਹ ਆਪਣੀ ਦ੍ਰਿਸ਼ਟ ਨਾਲ ਵੇਖ ਰਹੇ ਨੇ ਸਾਰਾ ਕੌਤਕ। ਮਾਪੇ ਢੂੰਡਦੇ ਜਾ ਪਹੁੰਚੇ। ਹਾਂ, ਉਧਰ ਲਾਸ਼ ਰੁੜਦੀ ਰੁੜਦੀ ਕੰਢਿਆਂ ਤੇ, ਉਧਰ ਲਾਸ਼ ਰੁੜਦੀ ਕੰਢਿਆਂ ਤੇ ਲੱਗੀ ਵਿੱਚ ਬਰੇਤੇ ਦੇ ਆ ਕਰਕੇ। ਮਾਪੇ ਢੂੰਡਦੇ ਪਹੁੰਚ ਜਾਂਦੇ, ਢਾਈ ਮਾਰਦੇ ਬਹੁਤ ਘਬਰਾ ਕਰਕੇ। ਬੁੱਢਾ ਬਾਪ ਕਹਿੰਦਾ ਦੁਨੀਆ ਗਈ ਮੇਰੀ। ਬੁੱਢਾ ਬਾਪ ਕਹਿੰਦਾ ਅੱਜ ਮੇਰੀ ਦੁਨੀਆ ਖਤਮ ਹੋ ਗਈ। ਬੁੱਢਾ ਬਾਪ ਕਹਿੰਦਾ ਦੁਨੀਆ ਗਈ ਮੇਰੀ, ਮੈਨੂੰ ਗਿਆ ਅਜਾੜ ਵਸਾ ਕਰਕੇ। ਮਾਤਾ ਚੁੰਮਦੀ ਲਾਸ਼ ਦਾ ਮੁਖ ਵੇਖੋ, ਬੱਚਾ ਕਰ ਗੱਲਾਂ ਛੇਤੀ ਆ ਕਰਕੇ। ਮਾਂ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਕਲਾਵੇ ਵਿੱਚ ਲੈ ਕਰਕੇ ਚੁੰਮ ਰਹੀ ਹੈ, ਮੂੰਹ ਉਸਦਾ, ਕਹਿੰਦੀ ਮੇਰੇ ਨਾਲ 2 ਗੱਲਾਂ ਤਾਂ ਕਰ ਜਾ। ਬੁੱਢਾ ਬਾਪ ਢਾਈ ਮਾਰਦਾ, ਕਹਿੰਦਾ ਮੈਨੂੰ ਦੁਨੀਆ ਮੇਰੀ ਖਤਮ ਹੋ ਗਈ। ਮਾਤਾ ਚੁੰਮਦੀ ਲਾਸ਼ ਦਾ ਮੁਖ ਵੇਖੋ, ਬੱਚਾ ਕਰ ਗੱਲਾਂ ਛੇਤੀ ਆ ਕਰਕੇ। ਪਰ ਭਾਈ ਬੰਦ ਕਹਿੰਦੇ ਬਾਲਣ ਕਰੋ ਇਕੱਠਾ, ਸੰਸਕਾਰ ਕਰੀਏ ਇੱਕ ਦਾ ਕਰਕੇ। ਐਸੀ ਮੌਤ ਨੂੰ ਵੇਖ ਖਜ਼ਾਨ ਦਾਤਾ, ਦੁਨੀਆ ਆਈ ਸੀ ਹਮ ਹਮਾ ਕਰਕੇ। ਸਭ ਬਰਾਦਰੀ ਕਹਿੰਦੀ ਹੈ ਇਕੱਠਾ ਬਾਲਣ ਕਰੋ ਭਾਈ, ਹੁਣ ਕੀ ਕਰਨਾ ਹੈ, ਇੱਕ ਦਾ ਕਰਕੇ ਇਸ ਦੀ ਲਾਸ਼ ਦਾ ਸੰਸਕਾਰ ਕੀਤਾ ਜਾਏ।
पर गुरु महाराज ये सारा कौतक देख रहे सन। आप भी उठे कि जीवन दास भी प्राण त्याग गया। आप उत्थे पहुंच जाते, जा करके पहुंच के आप पूछते ने भाई ये कौन सी, जानते हुए खुद पूछ रहे ने महाराज ये कौन सी। लोग आख्या महाराज इन्हां दा बच्चा सी। अंतरजामी सतगुरु रविदास दाता वो भी ध्यान उस भीड़ वाल मारदे ने। केड़ा छड़ शरीर रवान होया, मुख अपने विचों उचारदे ने। आप पूछया कौन सी है, केड़ा छड़ शरीर रवान होया, मुख अपने विचों उचारदे ने। जीवन दास एको पुत्र मापियां दा, लोकी आके सब पकारदे ने। बुढ़े मां ते बाप खजान दासा, दुख पावने जिन्हां संसार दे ने। लोकां आख्या बाबा जी इको ही पुत्र सी इन्हां दा, बुढ़े माता पिता रह गए ने, लाश नूं चंबड़े हुए हैं। पर जिस वेले गुरु महाराज दी मखार बिंद तो उचारे कीते हुए बचन मंगता और मंगती दे कन्ना विच पए, उसे वेले फौरन अपने पुत्र दी लाश छड़ दिती, छड़ करके गुरु महाराज दे चरनां नाल लपटायमान हो गए, लिपट गए। तो बुढ़ा बाप कहंदा है, कहंदा दे के खो लिया दातिया फेर साथों। ये महाराज की कीता, दे के खो लिया दातिया फेर साथों, झोली असां दी दस तू पाया कानू। बीती उमर बडेपे दे विच आके ना चलण वाला सल लाया कानू। नैन रोंदिया रोंदिया बंद होसन, ठेडे खान नू सानू बचाया कानू। तेरे चरनां विच इहो सी हाल होना, चरनी अपनी सानू लगाया कानू। जे तेरे चरनां च इहो हाल होना सी, आपे ही तू दे के मालक ते आपे ही खो लिया। हुण साडा की हाल होवेगा। तेरे चरनां विच इहो सी हाल होना, चरनी अपनी सानू लगाया कानू। तो गुरु महाराज मेरा विच आ गए। आख्या अच्छा। उस वक्त शहनशाह अंतर ध्यान हो गए। अंतर ध्यान हो करके देखिया कि जीवन दास दी रूह किथे है। उसे वक्त दाता अंतर ध्यान हो गए। मेरा वाले दे दिल विच मेहर आ गई। उसे वक्त दाता अंतर ध्यान हो गए। जीवन दास नू जम पर लोक लै गए। शहनशाह भी मगरे रिवान हो गए। धर्मराज नू आख्या छड्ड इनू। धर्मराज नू जाके कहता छड़ दे इनू भाई। धर्मराज नू आख्या छड्ड इनू। मापे इस दे पिछे वीरान हो गए। धर्मराज नवा के सिर कहंदा उथे इस दे खत्म पिरान हो गए। महाराज कहंदे छड़ दे भाई इस, ਇਹਦੇ मापे वीरान हो गए ने पिछे, कोई पुत्र है छड़। धर्मराज सिर नवा के कहंदा महाराज उथे तां दुनिया च ਇਹਦੇ प्राण खत्म हो चुके ने। धर्मराज नवा के सिर कहंदा उथे इसदे खत्म प्राण हो गए। क्या सतगुरु दिते ने होर इनू, तू की लगना प्राणा दा के इनू प्राण होर दे दिते ने, छड़ दे। क्या सतगुरु दिते ने होर इनू। जीवन दास जी पिछा रवान हो गए। जीवन उठिया सतगुरु कोल बैठे, चरनी डिग्या लोग हैरान हो गए। लखा रूहां ने लिया उपदेश आके सतसंगियां विच परवान हो गए। छाती मार खा जरा खजान दासा, बिना शरदा तो असी वीरान हो गए। जीवन दास उठिया, कौतक वेख के लखा रूहां ने महाराज दे चरनां दा आसरा लिया और नाम दा उपदेश लिया। ले करके सत्संगियां विच परवान हो गए। सो गुरु महाराज दी कौतक अनेक हैं, एक दो चार नहीं। एक पंज गंगा घाट जगह है जिथे गुरु महाराज ने सब तो उतले पासे जा करके, जिधरों पानी आउंदा सी कौतक रचन वास्ते, सब तो उपरले पासे जा करके पंज गंगा घाट दे उत्ते बैठ गए। जिस वेले ते सब लोगों ने इतराज किया, जो ब्राह्मण लोग सन के थले वाले पासे पूजा करते कि सानू पिटिया होया पानी आ रहा है, पिटिया होया पानी आ रहा है।
उस वक्त जिसने शिकायत की तां पहुंचे उत्थे घाट उत्ते, पर बहुत जन्मां तो पिछे सतयुग के अंदर एक बहुत महान बदमाश और महान एक ऐसा आदमी सी जो कि सारे दुनिया विच भंडिया होया सी। एक दिन उसने भी रवि प्रताप के चरणों विच आके बेनती की सी कि मैं तो बहुत दुनिया च गुनाह कीते, मैनू बख्श लै, कि मैनू बख्श लै। तो उन्हें आख्या सी अच्छा किसी वक्त किसी टाइम भाई तेरा टाइम आ जाएगा। वो जिहड़ा बदमाश सी वो जन्म लैंदा लैंदा 84 के गेड़ विच फसिया 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 फसिया। उस वक्त गंगा के अंदर जो संसार हुंदा है, जिसका मुँह 4-5 फुट लंबा हुंदा है, दुई चवे पासे दंद हुंदे ने, जो आदमी नूं भी खा जाता है। वो संसार पानी दे विच फिर रहा सी, छोटे मोटे जीवां नूं खा रहा सी, खाई जांदा सी। वो पानी विच फिर रहा सी। तो पर एक दिन उसनूं कोई शिकार ना मिल सकिया, भुखा सी, पेट तो भुखा सी। और पेट तो भुखा हो करके उधरों गुरु महाराज ने 5 गग्गा घाट उत्ते जा करके पानी विच अपने चरण पा दिते। उसे वेले पानी उल्टा चलन लग गया और पानी के अंदर जोतां जगनियां शुरू हो गई। और वो जड़ा संसार सी वो भी एक मछ नूं ऐं करके मुंह च पा लैंदा है। पर जिस वेले पानी च जोतां जागियां, उस संसार ने मछ नूं कह दिता भी निकल जा मेरे मुंह विचों। क्यों? अज कुछ इत्थे अनोखा ही पानी दे अंदर अनोखा ही कोई कौतक हो रहा है, इस वास्ते तू मेरे मुंह विचों निकल जा। तो लिखिया है मगर मछ जिन्हों संसार कहिंदे, पानी विच ही तारियां लाई जांदा। जल जीवा दे उत्ते सी बहुत भारू, रोब सारियां उत्ते जमाई जांदा। जिधर जावदा पानी दे जीव डरदे, हर एक भज के जान बचाई जांदा। मछ कछ सब मार फना करदा, जिन्हों जरा भी दंद लगाई जांदा। शेर वांगरा पानी दे विच पाउंदा, जिधर जाए तरथल मचाई जांदा। भुखा पेट तो अखियां लाल होईयां, नाल भुख दे बड़ा घबराई जांदा। पर एक दिन कोई ना काबू शिकार चढ़िया, नाल भुख दे बड़ा घबराई जांदा। ओदे सामने नजर एक मछ आया, मुंडे नाल जो पानी हलाई जांदा। पिया उसनूं गुस्से दे नाल भरिया, ओनू खाण बदले दाल लाई जांदा। पहुंचे गुरु रविदास भी घाट उत्ते, वो भी पैर हरद्वार विच पाई जांदा। पैर पाउंदियां सार हर जीव जलदा, चरना वल सी अखियां लाई जांदा। उल्टा गंगा दा वगन प्रवाह लगा, पानी विच कोई जोता जगाई जांदा। पाया मछ नूं मूंह संसार जदों, पाया मछ नूं मूंह संसार जदों, भोले अपनी सब चतराई जांदा। कहंदा मछ नूं निकल जा मूंह विचों, मेरा दिल कोई रंग वटाई जांदा। मछ नूं कहंदा निकल जा मेरे मुंह विचों, मेरा दिल कोई रंग वटाई जांदा। आ वेख पानी विच कदे ऐसा होया? मछ ने पिछा होके सलाम कीती, आख्या तुसां बड़ी मेहर कीती है, मैनूं मौत दे मुंह विचों बाहर कढ दिता अपने मुंह विचों। पिछा हो के मछ सलाम कीती, तुहाडा मन अज मेहर विच आई जांदा। पिछा होके सलाम कीती, तुहाडा मन अज मेहर विच आई जांदा। पर सतगुर पहुंच गए, वे खजान दासा भला मछ नूं किस तरह खाई जांदा। सो जिस वेले मछ ने सलाम कीती तो संसार जवाब देंदा, कहंदा देख भाई मैनू ये सोझी हुई है। अगो क्या संसार ने, देख मच्छा वाली दो जहान दे आए इत्थे।
ਵਾਲੀ ਦੋ ਜਹਾਨ ਦਾ ਆਇਆ ਇੱਥੇ, ਜਿਹਨੂੰ ਜੁਗਾਂ ਤੋਂ ਡੀਕਦੀ ਪਈ ਗੰਗਾ, ਚਰਨ ਉਸਨੇ ਆਣ ਕੇ ਪਾਇਆ ਇੱਥੇ। ਪਿਛਲੇ ਜਨਮਾਂ ਦੀ ਮੇਰੀ ਹੈ ਸਾਰ ਉਹਨੂੰ, ਜਿਸ ਕਾਰਨ ਜਲ ਮੈਂ ਆਇਆ ਇੱਥੇ। ਕਿਆ ਮੱਛ ਨੂੰ ਤੇਰੀ ਵੀ ਮੁਕਤ ਹੋ ਗਈ, ਦਾਤਾ ਮੁਕਤੀ ਦਾ ਚੱਲ ਆਇਆ ਇੱਥੇ। ਇਹ ਗੱਲ ਕਰਦਿਆਂ ਦੋਵੇਂ ਹੀ ਮੁਕਤ ਹੋ ਗਏ। ਰੂਹਾਂ ਸਤਿਗੁਰੂ ਫਰਮਾਇਆ ਇੱਥੇ, ਸੱਚਖੰਡ ਵਿੱਚ ਕਰੋ ਆਨੰਦ ਜਾ ਕੇ, ਜਨਮਾਂ ਜਨਮਾਂ ਦਾ ਪੰਧ ਮਕਾਇਆ ਇੱਥੇ। ਵੇਖੋ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾਨਵਰ ਵੀ ਤਰੇ। ਵੇਖੋ ਗੁਰੂ ਰਵਿਦਾਸ ਦੇ ਵਿੱਚ ਚਰਨਾਂ ਮੱਛ ਕੱਛ ਵੀ ਮੁਕਤੀਆਂ ਪਾਈ ਜਾਂਦੇ। ਅਸੀਂ ਜਨਮੇ ਇਨਸਾਨ ਦਾ ਪਾ ਕਰਕੇ ਉਹਨੂੰ ਭੁੱਲ ਕੇ ਜਨਮ ਗਵਾਈ ਜਾਂਦੇ। ਕਹਿਰ ਪਿਆ ਭੁਲੇਖੇ ਦਾ ਬੰਦਿਆਂ ਤੇ, ਸੱਚੇ ਪਿਤਾ ਨੂੰ ਜਿਹੜੇ ਭੁਲਾਈ ਜਾਂਦੇ। ਉੱਚਾ ਛੱਡ ਮਨਾਰ ਵਿਸ਼ਵਾਸ ਵਾਲਾ, ਬੇਠੁਕੇ ਠੁਕ ਗਵਾਈ ਜਾਂਦੇ। ਹਾਜ਼ਰ ਨਾਜ਼ਰ ਸਤਿਗੁਰੂ ਰਵਿਦਾਸ ਦਾਤਾ, ਗੈਰ ਹਾਜ਼ਰੀ ਅਸੀਂ ਲਵਾਈ ਜਾਂਦੇ। ਹਾਜ਼ਰ ਨਾਜ਼ਰ ਸਤਿਗੁਰੂ ਰਵਿਦਾਸ ਦਾਤਾ, ਗੈਰ ਹਾਜ਼ਰੀ ਅਸੀਂ ਲਵਾਈ ਜਾਂਦੇ। ਦਾਸ ਖਜ਼ਾਨ ਸਤਿਗੁਰਾਂ ਤੋਂ ਜੋ ਵਿਛੜੇ, ਧੋਖਾ ਆਪਣੇ ਆਪ ਨਾਲ ਖਾਈ ਜਾਂਦੇ। ਗੁਰੂ ਪਿਆਰੇ ਸਾਹਿਬ, ਕਿਉਂਕਿ ਗੁਰੂ ਰਵਿਦਾਸ ਜੀ ਮਹਾਰਾਜ, ਉਹਨਾਂ ਦੀ ਬੇਅੰਤ ਲੀਲਾ ਕਿੰਨੀ ਕਹੀ ਜਾ ਸਕਦੀ ਹੈ, ਕੋਈ ਅੰਤ ਨਹੀਂ ਉਹਨਾਂ ਦੀ ਲੀਲਾ ਦਾ। ਪਰ ਮੇਨ ਪੁਆਇੰਟ ਜਿਹੜਾ ਹੈ, ਅਗਰ ਅਸੀਂ ਉਹਨਾਂ ਦੀ ਇਤਿਹਾਸ ਹੀ ਸੁਣਦੇ ਰਵਾਂਗੇ, ਅਗਰ ਅਸੀਂ ਉਹਨਾਂ ਦੇ ਇਤਿਹਾਸ ਜਾਂ ਕੌਤਕ ਪੜ੍ਹਦੇ ਜਾਂ ਸੁਣਦੇ ਰਵਾਂਗੇ, ਤੇ ਇਹਨਾਂ ਨਾਲ ਸਾਨੂੰ ਉਹਨਾਂ ਫਾਇਦਾ ਨਹੀਂ ਹੋਣਾ ਜਿੰਨਾ ਕਿ ਅਸੀਂ ਜੋ ਨਾਮ ਉਹ ਜਪਦੇ ਸਨ, ਜੋ ਬੰਦਗੀ ਉਹ ਕਰਦੇ ਸਨ। ਜਦ ਤੱਕ ਅਸੀਂ ਉਹਨਾਂ ਦੇ ਨਾਮ ਨਾਲ ਨਹੀਂ ਜੁੜਾਂਗੇ, ਉਹਨਾਂ ਚਿਰ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਇਹ ਸੱਚਾਈ ਹੈ ਕਿ ਉਹਨਾਂ ਦਾ ਜੋ ਨਾਮ ਸੀ, ਉਸ ਨਾਮ ਨਾਲ ਜੁੜ ਕੇ ਸਾਡਾ ਪਰਮ ਧਰਮ ਬਣਦਾ ਹੈ ਕਿ ਅਸੀਂ ਇਬਾਦਤ ਕਰੀਏ, ਬੰਦਗੀ ਕਰੀਏ। ਕਿਉਂਕਿ ਬੰਦਗੀ ਹਰ ਕੌਮ, ਹਰ ਮਜ਼ਹਬ, ਹਰ ਇਨਸਾਨ ਛੋਟੇ ਵੱਡੇ ਦਾ ਇੱਕ ਵੱਡੀ ਜ਼ਿਆਦਾਤ ਹੈ। ਇਹ ਸੰਸਾਰ ਦਾ ਸਫ਼ਰ ਕੁਝ ਦਿਨਾਂ ਵਾਸਤੇ ਹੈ, ਥੋੜਾ ਹੈ। ਆਖਰ ਇਥੋਂ ਹਰ ਇਨਸਾਨ ਨੇ ਜਾਣਾ ਹੈ, ਔਰ ਇਸ ਦੇ ਪਾਸ ਕੇਵਲ ਬੰਦਗੀ ਦਾ ਹੀ ਖਜ਼ਾਨਾ ਹੋਣਾ ਚਾਹੀਦਾ ਹੈ। ਬੰਦਗੀ ਕੀਤਿਆਂ ਬਗੈਰ, ਦੇਖੋ ਜਦੋਂ ਰਾਜੇ ਨਾਗਰਮਲ ਨੇ ਰਾਜ ਭਾਗ ਦਰਬਾਰ ਜਦੋਂ ਉਹਨਾਂ ਨੂੰ ਸੌਂਪ ਦਿੱਤਾ ਸੀ, ਤੇ ਗੁਰੂ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ। ਉਹਨੇ ਆਖਿਆ, ਰਾਜਾ ਮੈਂ ਉਹ ਰਾਜ ਕਰ ਰਿਹਾ ਹਾਂ ਜੋ ਤੈਨੂੰ ਅਜੇ ਪਤਾ ਨਹੀਂ। ਤੋ ਰਾਜੇ ਨਾਗਰਮਲ ਨੇ ਪੁੱਛਿਆ ਸੀ ਵੀ ਉਹ ਕਿਹੜਾ ਰਾਜ ਤੁਸੀਂ ਕਰ ਰਹੇ ਹੋ? ਤੋ ਰਵਿਦਾਸ ਜੀ ਨੇ ਬਚਨ ਉਚਾਰਨ ਕੀਤਾ ਸੀ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਯਾਦੋ ਨਹੀਂ ਤੇ ਠਾਓ। ਐ ਰਾਜਨ, ਬੇਗਮ ਸ਼ਹਿਰ ਹੈ ਮੇਰਾ, ਮੈਂ ਬੇਗਮਪੁਰੇ ਦਾ ਰਾਜ ਕਰ ਰਿਹਾ ਹਾਂ, ਜਿੱਥੇ ਜੋ ਰੂਹਾਂ ਮੇਰੇ ਰਾਜ ਵਿੱਚ ਜਾਣਗੀਆਂ ਉਹਨਾਂ ਨੂੰ ਕੋਈ ਗਮ ਨਹੀਂ ਹੋ ਸਕਦਾ, ਕੋਈ ਦੁੱਖ ਨਹੀਂ ਹੋ ਸਕਦਾ। ਆਓ ਜਿਹੜਾ ਸ਼ਹਿਰ ਉਹਨਾਂ ਨੇ ਬੇਗਮਪੁਰਾ ਦੱਸਿਆ ਹੈ, ਆਓ ਜਰਾ ਧਿਆਨ ਦੇਣਾ। ਉਹ ਬੇਗਮਪੁਰਾ ਜਿਹੜਾ ਹੈ, ਕਿਤੇ ਦੁਨੀਆ ਵਿੱਚ ਉਹਦੀਆਂ ਕੋਈ ਨਕਸ਼ਾ ਮਿਲਦਾ ਉਹਦਾ? ਕਿਹੜਾ ਪਿੰਡ ਹੈ ਜਿੱਥੇ ਗਮ ਨਹੀਂ ਹੈਗਾ? ਕਿਹੜਾ ਸ਼ਹਿਰ ਹੈ ਜਿੱਥੇ ਗਮ ਨਹੀਂ ਹੈਗਾ? ਕਿਹੜਾ ਘਰ ਹੈ ਜਿਸ ਵਿੱਚ ਗਮ ਨਹੀਂ ਹੈਗਾ? ਹਰ ਜਗ੍ਹਾ ਤੇ ਗਮ ਹੀ ਗਮ ਹੈ। ਬੇਗਮਪੁਰਾ ਉਹਨਾਂ ਦੱਸਿਆ, ਬੇਗਮਪੁਰਾ ਉਹ ਕਿਹੜਾ ਹੈ? ਗੁਰੂ ਪਿਆਰੀ ਸਾਧ ਸੰਗਤ, ਉਹ ਬੇਗਮਪੁਰਾ ਜਿਹੜਾ ਹੈ ਸਾਡੇ ਸਭ ਦੇ ਅੰਦਰ ਹੈ, ਸਭ ਦੇ ਕੋਲ ਹੈ, ਉਹ ਸਭ ਦੇ ਅੰਦਰ ਹੈ। ਇਹਨਾਂ ਦੋ ਅੱਖੀਆਂ ਦੇ ਪਿਛਲੇ ਪਾਸੇ ਉਸ ਦਾ ਰਸਤਾ ਹੈ, ਉਸ ਬੇਗਮ ਸ਼ਹਿਰ ਵਿੱਚ ਜਾਣ ਵਾਸਤੇ। ਰਵਿਦਾਸ ਜੀ ਕਹਿੰਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਯਾਦੋ ਨਹੀਂ ਤੇ ਠਾਓ। ਉੱਥੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਨਾ ਖੌਫ ਹੈ, ਨਾ ਖਤਰਾ ਹੈ, ਨਾ ਤਰਸ ਹੈ, ਨਾ ਕੋਈ ਜਵਾਲ ਪੈਂਦਾ ਹੈ ਕਿਸੇ ਵੀ ਕਿਸਮ ਦੀ। ਉੱਥੇ ਕੋਈ ਐਸਾ ਕੋਈ ਨਾ ਕੋਈ ਟੈਕਸ ਪੈਂਦਾ ਹੈ, ਨਾ ਕੋਈ ਮਾਮਲਾ ਹੈ ਕਿਸੇ ਵੀ ਤਰ੍ਹਾਂ ਦੀ, ਕੋਈ ਇਨਸਾਨ ਨੂੰ ਕੋਈ ਡਰ ਨਹੀਂ ਹੈਗਾ। ਮੇਰਾ ਸ਼ਹਿਰ ਐਸਾ ਹੈ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। तो महाराज कहते ने, अब मोहे खूफ वतन गए भाई, उहाँ खैर सदा मेरे भाई। ऐ राजन, अब मैं खूफ उस वतन उस शहर दा राज कर रहा, अब मोहे खूफ वतन गए भाई, उहाँ खैर सदा मेरे भाई। जो मेरा राज है उस राज विच कदे वोट नहीं पैंदी,
ਜੋ ਮੇਰਾ ਰਾਜ ਹੈ ਉਸ ਵਿੱਚ ਸਦਾ ਹਮੇਸ਼ਾ ਸੁੱਖ ਸ਼ਾਂਤੀ ਰਹਿੰਦੀ ਹੈ। ਉਹਦੇ ਵਿੱਚ ਕਦੇ ਗੜਬੜ ਨਹੀਂ ਹੁੰਦੀ, ਕਦੇ ਲੜਾਈ ਕਾਮਾ ਨਹੀਂ ਹੁੰਦਾ, ਕਦੇ ਉੱਥੇ ਉੱਚਾ ਨੀਵਾਂ ਵੱਡਾ ਛੋਟਾ ਨਹੀਂ ਸਮਝਿਆ ਜਾਂਦਾ। ਉਹਾਂ ਖੈਰ ਸਦਾ ਮੇਰੇ ਭਾਈ। ਫਿਰ ਕਹਿੰਦੇ ਨੇ ਕਾਇਮ ਦੈਮ ਸਦਾ ਪਾਤਸ਼ਾਹੀ। ਮੇਰੇ ਰਾਜ ਦੀ ਪਾਤਸ਼ਾਹੀ ਸਦਾ ਹਮੇਸ਼ਾ ਕਾਇਮ ਦੈਮ ਰਹਿੰਦੀ ਹੈ, ਨਸ਼ਟ ਨਹੀਂ ਹੁੰਦੀ ਕਦੇ ਪਾਤਸ਼ਾਹੀ। ਕਾਇਮ ਦੈਮ ਸਦਾ ਪਾਤਸ਼ਾਹੀ, ਦੋਮ ਨਾ ਸੋਮ 100 ਆਹੀ। ਉੱਥੇ ਪਹਿਲਾ ਤੇ ਦੂਜਾ ਦਰਜਾ ਹੀ ਹੈ ਨਹੀਂ। ਜੋ ਰੂਹਾਂ ਉੱਥੇ ਪਹੁੰਚਣਗੀਆਂ ਸਭ ਇੱਕ ਬਰਾਬਰ ਦੀਆਂ ਹੈ। ਦੋਮ ਨਾ ਸੋਮ 100 ਆਹੀ, ਆਬਾਦਾਨ ਸਦਾ ਮਸ਼ਹੂਰ। ਹਮੇਸ਼ਾ ਦੇ ਆਬਾਦ ਰਹਿਣ ਵਾਲਾ ਉਹ ਸ਼ਹਿਰ ਹੈ। ਆਬਾਦਾਨ ਸਦਾ ਮਸ਼ਹੂਰ ਆ, ਉਹਾਂ ਗਨੀ ਬਸੇ ਮਹਿਮੂਰ ਆ। ਜਿਉਂ ਜਿਉਂ ਸੈਲ ਕਰੇ ਤਿਉ ਭਾਵੈ, ਮਹਿਰਮ ਮਹਿਲ ਨਾ ਕੋਈ ਅਟਕਾਵੈ। ਜਿਉਂ ਜਿਉਂ ਕੋਈ ਉਸ ਦੇਸ਼ ਮੁਲਕ ਦਾ ਆਪਣੇ ਅੰਦਰ ਸੈਰ ਕਰਦਾ ਹੈ, ਉਹਨੂੰ ਕੋਈ ਜੋ ਮਹਿਰਮ ਹੋ ਜਾਂਦਾ ਉਸ ਮਹਿਲ ਦੇ ਰਾਜ ਦੇ ਜਾਣ ਆਉਣ ਵਾਲਾ, ਉਹਨੂੰ ਕੋਈ ਦੁਨੀਆ 'ਚ ਰੋਕ ਨਹੀਂ ਸਕਦਾ। ਮਹਿਰਮ ਮਹਿਲ ਨਾ ਕੋਈ ਅਟਕਾਵਾ, ਕਹੇ ਰਵਿਦਾਸ ਖਲਾਸ ਚਮਾਰਾ, ਜੋ ਹਮ ਸੈਰੀ ਸੋਈ ਮਿੱਤਰ ਹਮਾਰਾ। ਰਵਿਦਾਸ ਜੀ ਕਹਿੰਦੇ ਨੇ ਜੋ ਉਸ ਸ਼ਹਿਰ ਦੇ ਜਾਣਨ ਵਾਲਾ, ਜੋ ਮੇਰੇ ਉਸ ਸ਼ਹਿਰ ਦੇ ਮੰਨਣ ਵਾਲਾ ਜਾਣਨ ਵਾਲਾ ਭਾਈ ਉਸ ਪਾਸੇ ਨੂੰ ਜਾਣ ਵਾਲਾ ਹੈ, ਜੋ ਸ਼ਹਿਰ ਦਾ ਵਾਸੀ ਹੋਏਗਾ ਉਹ ਮੇਰਾ ਮਿੱਤਰ ਹੈ। ਸਵਾਓ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮਿੱਤਰ ਬਣਨਾ ਹੈ। ਤਾਂ ਮਿੱਤਰ ਇਸੇ ਤਰ੍ਹਾਂ ਬਣਿਆ ਜਾਣਾ ਹੈ ਕਿ ਅਸੀਂ ਭਜਨ ਕਰੀਏ, ਬੰਦਗੀ ਕਰੀਏ, ਨਾਮ ਜਪੀਏ, ਤਾਂ ਫਿਰ ਹੀ ਉਸ ਦੇ ਮਿੱਤਰ ਬਣ ਸਕਨੇ ਆ। ਤਾਂ ਆਪਣੇ ਅੰਦਰ ਦੀ ਖੋਜ ਕਰੀਏ ਤਾਂ ਹੀ ਉਹਦੇ ਮਿੱਤਰ ਬਣ ਸਕਨੇ ਆ। ਉਸ ਦਾ ਰਸਤਾ ਪਕੜੀਏ ਤਾਂ ਹੀ ਅਸੀਂ ਮਿੱਤਰ ਬਣ ਸਕਨੇ ਆ। ਉਹਦੇ ਕਾਰਨਾਮਿਆਂ 'ਤੇ ਚੱਲੀਏ ਤਾਂ ਹੀ ਅਸੀਂ ਮਿੱਤਰ ਬਣ ਸਕਨੇ ਆ। ਸਾਡਾ ਪਰਮ ਧਰਮ ਹੈ ਕਿ ਜੈਸੇ ਸੰਸਾਰ ਦੇ ਵਿੱਚ ਪਵਿੱਤਰ ਜੀਵਨ ਪੈਦਾ ਕਰਨਾ, ਕਿਉਂਕਿ ਗਧਿਆਂ ਦੀ ਤਰ੍ਹਾਂ ਔਰ ਪਸ਼ੂਆਂ ਦੀ ਤਰ੍ਹਾਂ ਆਪਣਾ ਜੀਵਨ ਮਨੁੱਖ ਦਾ ਬਰਬਾਦ ਨਹੀਂ ਕਰਨਾ। ਕਿਉਂਕਿ 84 ਲੱਖ ਜੂਨ ਵਿੱਚੋਂ ਇਹ ਪਵਿੱਤਰ ਜਨਮ ਹੈ, ਸੁੱਚਾ ਜਨਮ ਹੈ, ਉੱਚਾ ਜਨਮ ਹੈ। ਇਹਨੂੰ ਕਿਤੇ ਐਸੇ ਗਲਤ ਰਸਤਿਆਂ ਉੱਤੇ ਨਹੀਂ ਖੜਨਾ, ਕਿਤੇ ਐਸਾ ਨਹੀਂ ਕਰਨਾ ਕਿ ਅਸੀਂ ਨਸ਼ਿਆਂ ਦੇ ਵੱਸ ਹੋ ਕਰਕੇ, ਮਾੜੀਆਂ ਭੈੜੀਆਂ ਆਦਤਾਂ ਦੇ ਵੱਸ ਹੋ ਕੇ, ਸ਼ਰਾਬ ਤੇ ਮਾਸ ਮੱਛੀ ਦੇ ਵੱਸ ਹੋ ਕੇ ਅਸੀਂ ਇਹ ਜੀਵਨ ਬਰਬਾਦ ਕਰਕੇ, ਗਲਤ ਕਰਕੇ, ਮੈਲਾ ਕਰਕੇ ਇੱਥੋਂ ਚਲੇ ਜਾਈਏ। ਨਹੀਂ, ਇਨਸਾਨ ਦੇ ਵਿੱਚ ਵਿਸ਼ੇਸ਼ਤਾ ਇਹੋ ਹੀ ਹੈ, ਇਹ ਆਪਣੇ ਨਫੇ ਨੁਕਸਾਨ ਨੂੰ ਸੋਚ ਸਕਦਾ ਹੈ, ਚੰਗੇ ਮਾੜੇ ਨੂੰ ਸੋਚ ਸਕਦਾ ਹੈ, ਸ਼ਾਦੀ ਗਮੀ ਨੂੰ ਪਛਾਣ ਸਕਦਾ ਹੈ, ਖੁਸ਼ੀ ਗਮੀ ਨੂੰ ਪਛਾਣ ਸਕਦਾ ਹੈ, ਮਾੜੇ ਚੰਗੇ ਕਰਮਾਂ ਨੂੰ ਪਛਾਣ ਸਕਦਾ ਹੈ। ਬਾਕੀ ਜੂਨਾਂ ਇਹਨਾਂ ਚੀਜ਼ਾਂ ਨੂੰ ਨਹੀਂ ਪਛਾਣ ਸਕਦੀਆਂ। ਤੇ ਜੇ ਇਨਸਾਨ ਦਾ ਜਨਮ ਹੋ ਕੇ ਵੀ ਨਾ ਆਏ, ਫਿਰ ਪਸ਼ੂਆਂ ਦੇ ਤਰ੍ਹਾਂ ਹੀ ਕੰਮ ਕਰਦਾ ਰਿਹਾ, ਤੋ ਇਨਸਾਨ ਹੁੰਦਾ ਹੋਇਆ ਪਸ਼ੂਆਂ ਦੇ ਕੰਮ ਕਰੇਗਾ, ਤਾਂ ਫਿਰ ਮਾਲਕ ਨੇ ਸਾਨੂੰ ਚੋਲਾ ਵੀ ਪਸ਼ੂਆਂ ਵਾਲਾ ਹੀ ਦੇ ਦੇਣਾ। ਚੋਲਾ ਵੀ ਫਿਰ ਪਸ਼ੂਆਂ ਵਾਲਾ ਹੀ ਦੇ ਦੇਣਾ ਕਿ ਜਦ ਤੂੰ ਇਨਸਾਨ ਦਾ ਜਨਮ ਦਿੱਤਾ ਸੀ, ਤੂੰ ਇਨਸਾਨਾਂ ਵਾਲਾ ਜੀਵਨ ਬਤੀਤ ਨਹੀਂ ਕੀਤਾ, ਤੂੰ ਇਨਸਾਨਾਂ ਵਾਲਾ ਜੀਵਨ ਸੁੱਚਾ ਪਵਿੱਤਰ ਨਹੀਂ ਰੱਖ ਸਕਿਆ, ਤੂੰ ਇਹਨੂੰ ਨਸ਼ਿਆਂ ਦੇ ਵਸ ਕਰਕੇ, ਮਾੜੀਆਂ ਖੁਰਾਕਾਂ ਦੇ ਵਸ ਕਰਕੇ, ਭੈੜੀਆਂ ਆਦਤਾਂ ਦੇ ਵਸ ਕਰਕੇ ਤੂੰ ਪਸ਼ੂਆਂ ਦੀ ਤਰ੍ਹਾਂ ਜੀਵਨ ਬਤੀਤ ਕੀਤਾ। ਲੈ ਹੁਣ ਤੈਨੂੰ ਚੋਲਾ ਵੀ ਪਸ਼ੂਆਂ ਵਾਲਾ ਦੇ ਦਿੰਦੇ। ਫਿਰ ਸਾਡਾ ਕੀ ਹਾਲ ਹੋਵੇਗਾ? ਆਪ ਦੇਖ ਹੀ ਰਹੇ ਹੋ ਜੋ ਪਸ਼ੂਆਂ ਦਾ ਜੀਵਨ ਹੈ। ਹਜ਼ਾਰਾਂ ਜੀਵ ਨਾਲੀਆਂ ਵਿੱਚ ਸੁਲਗ ਰਹੇ ਨੇ, ਫਿਰ ਤੁਰ ਵਿੱਚ ਫੇਰ ਨਾ ਪੈਣਾ, ਇਹ ਫੇਰ ਨਹੀਂ ਮਗਰੋਂ ਲੈਣਾ। ਫੇਰ ਜੋ ਗੇੜ 84 ਝੂਟਾ ਨਾ ਪੈ ਜੂ ਲੈਣਾ। 84 ਦੀਆਂ ਜੀਵਾਂ ਅੰਦਰ ਅੱਜ ਸੁਰਤੀ ਨਾਲ ਵਹਿੰਦਿਆਂ ਰਹਿਣਾ। ਕੀ ਕੀ ਖੁਰਾਕ ਨੇ ਖਾਂਦੇ, ਕੀ ਕੀ ਫਿਰ ਕਰਨਾ ਪੈਣਾ। ਦਰ ਦਰ ਤੇ ਘਰ ਘਰ ਫਿਰਨਾ, ਉਗੜ ਕੇ ਸਾਹ ਨਹੀਂ ਲੈਣਾ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਬੋਲ ਗੁਰੂ ਮਹਾਰਾਜ ਕੀ।